माहे बिधारे अना ते साहिब की टेको नानक मनै माहे जिस मृत सुख होए सगले दूब जाहे सुखा टल से ऐनस सहज सुभा दर्शन परस है गुरु के जन्म मरण दुख जा होए सिफत संबंधी नूर अरसों कुरसों चटिया डिठे सच्चे पातशाह माल जन्म जन्म दी कटिया सच्चे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला पंजवा घर पहला ते तुके एक ओंकार सतगुर प्रसाद किस हो जाची किस आराधी जा सबको कीता होसी जो जो दिसा वडा वडेरा सो सो खाकू रलसी निरपो निरंकार भव खंडन सब सुख नवनित देसी हर जियो तेरी दाती राजा मानस बपड़ा क्या सलाही क्या तिसका मोहताजा किसो जाची किस आराधे जा सबको कीता होसी। वाहिगुरु जी का खालसा वाहिगुरु जी की फतेह। किरपा निधान गरीब नवाज सतगुरु साहिब गुरु ग्रंथ साहिब जियां दी पवित्र पावन हजूरी अंदर सुभाईमान हो रही गुरु की संगत। आप संगत ने सतगुरां दे दरबार दे अंदर बैठ के सतगुरां दी इलाही अगमी बाणी दे कीर्तन और नितनेम सरवण कीते। इस वेले आपां लड़ीवार गुरबानी दी कथा जो सतगुरु जी सानू शब्द दर शब्द बख्शिश कर रहे ने। अज दा ये शब्द सानू 608 अंग दे उपर गुरु पातशाह बख्शिश कर रहे ने। आओ अपने मन दे ध्यान नू टकाइए, भावना नाल सतगुरां दे पवित्र बचन सरवण करके अपने मनुखा जन्म नू सफला करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा घर पहला ते तुके। सोरठ राग दे अंदर ये पंजवें पातशाह शहीदां दे सरताज साहिब गुरु अर्जन देव महाराज जी तिन्हां सतगुरां दी बाणी इथों शब्द जिहड़े ने प्रारंभ हो रहे ने। सोरठ राग दे विच ये पहला शब्द गुरु अर्जन साहब पातशाह जियां दा है। इस शब्द नूं जदों राग दे विच गाउणा है ते पहले घर दे अंदर इस राग नूं पढ़िया जावे, ये सतगुरां दा फरमान है। ते तुके एक ओंकार सतगुर प्रसाद। ओंकार परमात्मा एक है अते सतगुरां दी कृपा नाल बख्शिश नाल उस दी प्राप्ति हुंदी है। ये सतगुरां ने मंगलाचरण कीता है। ते तुके तो भाव है तीन तीन तुकां दी एक पौड़ी जिहड़ी है
ਉਹ ਸਾਨੂੰ ਪ੍ਰਾਪਤ ਹੋਵੇਗੀ। 3 ਤੁਕਾਂ ਨੂੰ ਮਿਲਾ ਕੇ, 3 ਪੰਕਤੀਆਂ ਨੂੰ ਮਿਲਾ ਕੇ ਇੱਕ ਪੌੜੀ ਬਣਦੀ ਹੈ। 4 ਪੌੜੀਆਂ ਦਾ ਇਹ ਸ਼ਬਦ ਹੈ। ਇਸ ਤਰ੍ਹਾਂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਜਾਂ ਸਭ ਕੋ ਕੀਤਾ ਹੋਸੀ। ਜਦੋਂ ਸਾਰਾ ਕੁਝ ਕੀਤਾ ਹੀ ਪ੍ਰਮਾਤਮਾ ਨੇ ਹੈ। ਦੁਨੀਆ ਉਸਨੇ ਬਣਾਈ ਹੈ, ਦੁਨੀਆ ਵਿੱਚ ਜੀਵ ਉਸਨੇ ਬਣਾਏ ਨੇ, ਜੀਵਾਂ ਨੂੰ ਖਾਣ ਵਾਸਤੇ ਰਿਜ਼ਕ ਉਸਨੇ ਲਿਖਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ। ਗੁਰਬਾਣੀ ਦਾ ਫਰਮਾਨ ਹੈ ਕਿ ਹਰੇਕ ਦੇ ਸਿਰ ਬਸਿਰ ਪਰਮਾਤਮਾ ਨੇ ਜਿਹੜੇ ਖਾਣ ਵਾਲੇ ਦਾਣੇ ਨੇ ਜਾਂ ਸੁੱਖ ਨੇ ਦੁੱਖ ਨੇ ਮੱਥੇ ਦੇ ਉੱਪਰ ਲਿਖੇ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਾਂ ਸਭ ਕੋ ਕੀਤਾ ਹੋਸੀ। ਜਦੋਂ ਸਾਰਾ ਕੁਝ ਹੈ ਹੀ ਪਰਮਾਤਮਾ ਦਾ ਕੀਤਾ। ਦੁਨੀਆ ਉਹਨੇ ਬਣਾਈ ਹੈ, ਜੀਵ ਉਹਨੇ ਬਣਾਏ ਨੇ, ਜੀਵਾਂ ਦਾ ਕਰਮ ਉਹਨੇ ਲਿਖਿਆ ਹੈ। ਜੀਵਾਂ ਨੂੰ ਸੁੱਖ ਵੀ ਉਹ ਦਿੰਦਾ ਪਿਆ, ਦੁੱਖ ਵੀ ਉਹ ਦਿੰਦਾ ਪਿਆ। ਜਦੋਂ ਸਭ ਕੁਝ ਕੀਤਾ ਹੀ ਪਰਮਾਤਮਾ ਨੇ ਹੈ ਤੇ ਫਿਰ ਕਿਸ ਹੋਂ ਜਾਚੀ, ਮੈਂ ਉਸ ਪਰਮਾਤਮਾ ਨੂੰ ਛੱਡ ਕੇ ਹੋਰ ਕਿਹਦੇ ਕੋਲੋਂ ਮੰਗਣ ਵਾਸਤੇ ਜਾਵਾਂ। ਅਜਾਚੀ ਤੋਂ ਭਾਵ ਹੁੰਦਾ ਮੰਗਣਾ, ਮੰਗ ਰੱਖਣੀ ਕਿਸੇ ਦੇ ਅੱਗੇ, ਮੈਨੂੰ ਆਹ ਚੀਜ਼ ਦੇ ਦਿਓ, ਮੈਨੂੰ ਆਹ ਵਸਤੂ ਦੇ ਦਿਓ। ਪਰ ਪਾਤਸ਼ਾਹ ਕਹਿਣ ਲੱਗੇ ਕਿਸੇ ਕੋਲੋਂ ਮੰਗਣ ਦਾ ਫਾਇਦਾ ਨਹੀਂ ਨਾ, ਲਾਭ ਨਹੀਂ ਨਾ, ਕਿਉਂਕਿ ਦੇਣਾ ਤੇ ਪਰਮਾਤਮਾ ਨੇ ਹੈ। ਜਦੋਂ ਦੁਨੀਆ ਉਸਨੇ ਬਣਾਈ ਹੈ, ਦੁਨੀਆ ਦੇ ਮੱਥੇ ਤੇ ਕਰਮ ਉਹਨੇ ਲਿਖਿਆ, ਦੁੱਖ ਤੇ ਸੁੱਖ ਦਾ, ਪਦਾਰਥ ਦਾ। ਤੇ ਫਿਰ ਕਿਸ ਹੋਂ ਜਾਚੀ, ਫਿਰ ਕਿਹਦੇ ਕੋਲੋਂ ਜਾ ਕੇ ਮੰਗੀਏ ਵੀ ਆਹ ਫਲਾਣਿਆ ਤੂੰ ਮੈਨੂੰ ਆਹ ਵਸਤੂ ਦੇ ਦੇ। ਜੇ ਕਰਮਾਂ 'ਚ ਲਿਖੀ ਨਹੀਂ ਤੇ ਮੰਗਿਆ ਮਿਲਣੀ ਨਹੀਂ, ਜੇ ਕਰਮਾਂ 'ਚ ਲਿਖੀ ਹੈ ਤੇ ਬਿਨਾਂ ਮੰਗਣ ਤੋਂ ਮਿਲ ਜਾਣੀ ਹੈ। ਦੁਨੀਆ ਵਿੱਚ ਕੋਈ ਵੀ ਬੰਦਾ ਮੌਤ ਨਹੀਂ ਮੰਗਦਾ, ਪਰ ਲਿਖੀ ਹੈ ਨਾ ਕਰਮਾਂ ਵਿੱਚ ਵੀ ਇੰਨੇ ਸਾਲਾਂ ਬਾਅਦ ਇੰਨੀ ਉਮਰਾਂ ਦੇ ਵਿੱਚ ਤੈਨੂੰ ਮੌਤ ਆਉਣੀ ਹੈ, ਬਿਨਾਂ ਮੰਗਣ ਤੋਂ ਆ ਗਈ, ਲਿਖੀ ਹੋਈ ਹੈ। ਦੁਨੀਆ ਦੇ ਵਿੱਚ ਦੁੱਖ ਕੋਈ ਨਹੀਂ ਮੰਗਦਾ, ਸਾਰੀ ਦੁਨੀਆ ਸੁੱਖ ਮੰਗਦੀ ਹੈ, ਪਰ ਬਿਨਾਂ ਮੰਗਣ ਤੋਂ ਦੁੱਖ ਵੀ ਤੇ ਆਉਂਦਾ ਹੈ ਨਾ, ਮੁਸੀਬਤ ਵੀ ਤੇ ਆਉਂਦੀ ਹੈ। ਕਿਉਂ ਆਈ ਹੈ? ਕਿਉਂਕਿ ਕਰਮਾਂ ਵਿੱਚ ਲਿਖੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਸਭ ਕੁਝ ਕੀਤਾ ਹੈ ਪਰਮਾਤਮਾ ਦਾ, ਦੁੱਖ ਵੀ ਉਹਦੇ ਭਾਣੇ ਵਿੱਚ, ਸੁੱਖ ਵੀ ਉਹਦੇ ਭਾਣੇ ਵਿੱਚ, ਫਿਰ ਕਿਸ ਹੋਂ ਜਾਚੀ, ਫਿਰ ਮੈਂ ਉਸ ਪਰਮੇਸ਼ਰ ਨੂੰ ਛੱਡ ਕੇ ਦਰਾਂ ਦਰਾਂ ਤੇ ਮੰਗਤਾ ਕਿਉਂ ਬਣਿਆ ਫਿਰਦਾ ਹਾਂ। ਤੇ ਅਸੀਂ ਵੇਖਦੇ ਹਾਂ ਨਾ ਜ਼ਿੰਦਗੀ ਦੇ ਵਿੱਚ, ਕੋਈ ਕਿਤੇ ਜਾ ਕੇ ਨੱਕ ਗੋਡਾ ਰਗੜਦਾ ਪਿਆ, ਕੋਈ ਕਿਤੇ ਜਾ ਕੇ ਰਗੜਦਾ ਪਿਆ, ਕੋਈ ਕਿਸੇ ਦੀ ਚੌਂਕੀ ਭਰਦਾ, ਕੋਈ ਕਿਸੇ ਦੀਆਂ ਮੰਨਤਾਂ ਮੰਨਦਾ, ਪਰ ਜਦੋਂ ਲਿਖਿਆ ਹੀ ਨਹੀਂ ਕਰਮਾਂ ਵਿੱਚ ਤੇ ਦੇ ਕੌਣ ਦੇਵੇ। ਦਿੱਤਾ ਨਹੀਂ ਜਾ ਸਕਦਾ, ਕਰਮਾਂ ਬਿਨਾਂ ਪ੍ਰਾਪਤ ਨਹੀਂ ਹੈ। ਕਰਮਾਂ ਵਿੱਚ ਹੋਵੇਗਾ ਤਾਂ ਪ੍ਰਾਪਤ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਦੋਂ ਕੀਤਾ ਹੈ ਪਰਮਾਤਮਾ ਦਾ ਤੇ ਫਿਰ ਕਿਵੇਂ ਪ੍ਰਾਪਤ ਹੋਵੇ। ਇੱਕ ਵੇਲੇ ਨਾ ਭਾਵੀ ਮਾਇਆ ਨੇ ਕਹਿ ਦਿੱਤਾ ਭਗਵਾਨ ਨੂੰ, ਕਹਿਣ ਲੱਗੇ ਜੀ ਆਹ ਬੰਦਾ ਬੜਾ ਚੰਗਾ, ਤੁਹਾਡੇ ਨਾਲ ਬੜਾ ਪ੍ਰੇਮ ਕਰਦਾ ਹੈ, ਬੜਾ ਗਰੀਬ ਹੈ, ਕੋਈ ਨਾ ਕੋਈ ਮਾਇਆ ਦੇ ਦਿਓ, ਪਦਾਰਥ ਦੇ ਦਿਓ ਕਿ ਇਹ ਅਮੀਰ ਹੋ ਜਾਵੇ, ਪੈਸਾ ਆ ਜਾਵੇ, ਦੁਨੀਆ ਦੇ ਸੁੱਖ ਲੈ ਲਵੇਗਾ। ਭਗਵਾਨ ਜੀ ਕਹਿਣ ਲੱਗੇ ਐ ਭਾਵੀ ਇਹਦੇ ਕਰਮਾਂ 'ਚ ਨਹੀਂ, ਜਿੰਨਾ ਚਿਰ ਕਰਮਾਂ 'ਚ ਨਹੀਂ ਉਹਨਾਂ ਚਿਰ ਮਿਲੇਗਾ ਨਹੀਂ। ਕਰਮਾਂ 'ਚ ਜੇ ਰੱਬ ਨੇ ਲਿਖਿਆ ਫਿਰ ਮਿਲਣਾ, ਜਿੰਨਾ ਚਿਰ ਲਿਖਿਆ ਨਹੀਂ ਦੇ ਅਸੀਂ ਨਹੀਂ ਸਕਦੇ। ਕਹਿਣ ਲੱਗੇ ਭਾਵੀ ਨੇ ਜਿੱਦ ਕੀਤੀ, ਨਹੀਂ ਤੁਸੀਂ ਦਿਓ, ਜੇ ਤੁਸੀਂ ਦਿਓਗੇ ਤੇ ਮਿਲੇਗਾ ਕਿਉਂ ਨਹੀਂ, ਲਵੇਗਾ ਨਾ ਅਗਲਾ ਜ਼ਰੂਰ। ਤੁਸੀਂ ਦਿੰਦੇ ਨਹੀਂ ਪਏ, ਇਹ ਬਹਾਨਾ ਲਾਉਂਦੇ ਪਏ। ਜਦੋਂ ਭਾਵੀ ਨੇ ਵਾਰ-ਵਾਰ ਕਿਹਾ ਨਾ ਤੇ ਭਗਵਾਨ ਜੀ ਕਹਿਣ ਲੱਗੇ ਲੈ ਠੀਕ ਹੈ ਤੈਨੂੰ ਕਰਕੇ ਦਿਖਾ ਦਿੰਦੇ। ਜਿੱਥੋਂ ਗਰੀਬ ਬੰਦਾ ਲੰਘਦਾ ਪਿਆ ਸੀ ਨਾ ਰਸਤੇ ਤੋਂ, ਭਗਵਾਨ ਨੇ ਕੀ ਕੀਤਾ, ਉਹ ਜਿਹੜੇ ਨਿੱਕੇ ਨਿੱਕੇ ਰੋਡ ਸਨ ਪੱਥਰ ਦੇ ਜਾਂ ਹੋਰ ਨਿੱਕੇ ਮੋਟੇ ਕਣ ਪੈਰਾਂ ਵਿੱਚ ਚੁੱਭਣ ਵਾਲੇ, ਆਪਣੀ ਸ਼ਕਤੀ ਨਾਲ ਸੋਨੇ ਦੇ ਬਣਾ ਦਿੱਤੇ, ਕੁਝ ਹੀਰੇ ਬਣਾ ਦਿੱਤੇ, ਕੁਝ ਸੋਨੇ ਦੇ ਬਣਾ ਦਿੱਤੇ। ਇਹ ਗਰੀਬ ਵਿਅਕਤੀ ਇੱਥੋਂ ਲੰਘੇਗਾ, ਜਦੋਂ ਹੀਰੇ ਵੇਖੇਗਾ, ਸੋਨਾ ਵੇਖੇਗਾ, ਕੁਝ ਨਾ ਕੋਈ ਤੇ ਚੁੱਕ ਕੇ ਜੇਬ ਵਿੱਚ ਪਾਏਗਾ ਨਾ, ਉਹਨਾਂ ਹੀਰਿਆਂ ਨੂੰ ਸੋਨੇ ਨੂੰ ਵੇਚ ਕੇ ਅਮੀਰ ਹੋ ਜਾਏਗਾ। ਜਦੋਂ ਕੁਝ ਰੋੜ ਹੀਰੇ ਤੇ ਕੁਝ ਰੋੜ ਸੋਨੇ ਦੇ ਬਣਾ ਦਿੱਤੇ, ਇੰਨੇ ਚਿਰ ਨੂੰ ਉਹ ਵਿਅਕਤੀ ਜਿਹਦੇ ਕਰਮਾਂ ਵਿੱਚ ਹੈ ਗਰੀਬੀ ਦੁੱਖ, ਚੱਲਦਾ ਚੱਲਦਾ ਜਦੋਂ ਉੱਥੇ ਆ ਗਿਆ ਨਾ ਜਿੱਥੇ ਉਹ ਰੋੜ ਤੇ ਕੁਝ ਸੋਨਾ ਪਿਆ ਹੋਇਆ, ਮਨ ਦੇ ਵਿੱਚ ਵਿਚਾਰ ਆਈ, ਕਹਿਣ ਲੱਗਾ ਮੇਰੀਆਂ ਤੇ ਅੱਖਾਂ ਨੇ,
ਪਰ ਜਿਹੜੇ ਅੰਨੇ ਲੋਕ ਨੇ ਉਹ ਕਿਵੇਂ ਤੁਰਦੇ ਹੋਣਗੇ। ਮੈਂ ਵੀ ਨਾ ਅੰਨਾ ਬਣ ਕੇ ਵੇਖਾਂ, ਮੈਂ ਵੀ ਅੱਖਾਂ ਬੰਦ ਕਰਕੇ ਤੁਰ ਕੇ ਵੇਖਦਾ ਵੀ ਕਿਵੇਂ ਤੁਰਦੇ ਅੰਨੇ ਲੋਕ। ਜਿੱਥੋਂ ਸੋਨਾ ਚੁੱਕਣਾ, ਜਿੱਥੋਂ ਹੀਰੇ ਚੁੱਕਣੇ, ਉੱਥੇ ਆ ਕੇ ਅੱਖਾਂ ਬੰਦ ਕਰ ਲਈਆਂ। ਮੈਂ ਅੰਨਾ ਬਣ ਕੇ ਵੇਖਾਂ ਵੀ ਅੰਨੇ ਕਿਵੇਂ ਤੁਰਦੇ। ਤੇ ਜਦੋਂ ਅੰਨਾ ਬਣ ਕੇ ਤੁਰਿਆ, ਉਹ ਜਿਹੜੇ ਹੀਰੇ ਸਨ ਪੈਰਾਂ ਵਿੱਚ ਚੁੱਭਦੇ, ਸੋਨੇ ਦੇ ਕੰਕਰ ਪੈਰਾਂ ਵਿੱਚ ਚੁੱਭਦੇ, ਮਨ ਵਿੱਚ ਸੋਚਦਾ, ਕਹਿਣ ਲੱਗਾ ਵੀ ਅੰਨਿਆਂ ਨੂੰ ਤੇ ਬੜੀ ਤਕਲੀਫ ਹੈ, ਇਹ ਤੇ ਬੜੇ ਰੋੜ ਪੈਰਾਂ ਵਿੱਚ ਚੁੱਭਦੇ ਪਏ। ਹੁਣ ਇਹ ਨਹੀਂ ਪਤਾ ਵੀ ਇਹ ਰੋੜ ਨਹੀਂ, ਇਹ ਤੇ ਹੀਰੇ ਨੇ, ਇਹ ਤੇ ਸੋਨੇ ਦੇ ਉਹ ਕੰਨ ਨੇ। ਜਿੰਨੀ ਧਰਤੀ ਸੋਨੇ ਦੀ ਹੈ, ਜਿੰਨੇ ਹੀਰੇ ਸਨ, ਉਨੇ ਕਦਮ ਅੰਨਾ ਬਣ ਕੇ ਲੰਘਿਆ। ਜਦੋਂ ਲੰਘਿਆ ਤੇ ਅੱਗੇ ਜਾ ਕੇ ਅੱਖਾਂ ਖੋਲ੍ਹ ਲਈਆਂ। ਕਹਿਣ ਲੱਗਾ ਹੁਣ ਘੱਟ ਚੁੱਭਦੇ ਨੇ, ਪਹਿਲਾਂ ਜ਼ਿਆਦਾ ਚੁੱਭਦੇ ਸੀ। ਭਗਵਾਨ ਜੀ ਕਹਿਣ ਲੱਗੇ ਭਾਵੀ ਨੂੰ, ਕਹਿਣ ਲੱਗੇ ਤੁਹਾਨੂੰ ਪਹਿਲਾਂ ਆਖਿਆ ਇਹਦੇ ਕਰਮਾਂ 'ਚ ਨਹੀਂ। ਜਿੰਨਾ ਚਿਰ ਕਰਮਾਂ 'ਚ ਨਾ ਹੋਵੇ ਉਹਨਾਂ ਚਿਰ ਦੇ ਕੋਈ ਨਹੀਂ ਸਕਦਾ, ਭਾਵੇਂ ਕੋਈ ਕਿੱਡਾ ਵੀ ਤਾਕਤਵਰ ਹੈ ਦੁਨੀਆ ਦੇ ਵਿੱਚ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਾਂ ਸਭ ਕੁ ਕੀਤਾ ਹੋਸੀ, ਜਦੋਂ ਸਭ ਕੁਝ ਹੈ ਕੀਤਾ ਪਰਮਾਤਮਾ ਦਾ, ਦੇਣਾ ਉਹਨੇ ਹੈ, ਕਰਮ ਵੀ ਉਹਨੇ ਲਿਖਣਾ, ਦੁੱਖ ਵੀ ਉਹਨੇ ਦੇਣਾ, ਸੁੱਖ ਵੀ ਉਹਨੇ ਦੇਣਾ। ਤੇ ਫਿਰ ਕਿਸ ਹੋਂ ਜਾਚੀ, ਫਿਰ ਉਸ ਪਰਮਾਤਮਾ ਨੂੰ ਛੱਡ ਕੇ ਹੋਰ ਕਿਹਦੇ ਕੋਲੋਂ ਜਾ ਕੇ ਮੰਗੀਏ, ਕਿਉਂਕਿ ਦੂਜਾ ਤੇ ਮੰਗਿਆ ਵੀ ਦੇ ਨਹੀਂ ਸਕਦਾ। ਜੇ ਉਹ ਦੇਣਾ ਚਾਹਵੇ ਤੇ ਤਾਂ ਵੀ ਨਹੀਂ ਮਿਲੇਗਾ, ਕਰਮਾਂ 'ਚ ਨਹੀਂ ਲਿਖਿਆ ਹੋਇਆ। ਦੇਣਾ ਚਾਹਿਆ ਨਾ ਭਗਵਾਨ ਨੇ, ਤੇ ਜਦੋਂ ਮਿਲਣ ਦਾ ਸਮਾਂ ਆ ਗਿਆ ਉਹਨੇ ਅੱਖਾਂ ਹੀ ਬੰਦ ਕਰ ਲਈਆਂ। ਕਹਿਣ ਲੱਗਾ ਅੰਨਾ ਬਣ ਕੇ ਵੇਖਾਂ ਕਿਵੇਂ ਤੁਰੀਦਾ, ਕਿਉਂਕਿ ਕਰਮਾਂ ਵਿੱਚ ਨਹੀਂ ਹੈ। ਕਿਸ ਆਰਾਧੀ, ਤੇ ਫਿਰ ਪਰਮਾਤਮਾ ਨੂੰ ਛੱਡ ਕੇ ਹੋਰ ਕਿਹਨੂੰ ਆਰਾਧਨਾ, ਹੋਰ ਕਿਹਨੂੰ ਯਾਦ ਕਰਨਾ। ਲੋਕ ਕਹਿੰਦੇ ਆਹ ਮੰਤਰ ਪੜ੍ਹੀਏ ਤੇ ਬੜੀ ਮਾਇਆ ਆਉਂਦੀ ਹੈ। ਤੁਸੀਂ ਮੋਬਾਈਲ ਤੇ ਵੇਖਦੇ ਹੋ ਨਾ, ਸੋਸ਼ਲ ਮੀਡੀਆ ਦਾ ਬੜਾ ਪਖੰਡ ਵਧਿਆ ਹੋਇਆ। ਗੱਲ ਕੋਈ ਹੈ, ਉੱਤੇ ਖਬਰ ਕੋਈ ਲਿਖੀ ਹੈ, ਥੱਲੇ ਗੱਲ ਕੋਈ ਹੈ, ਉੱਤੇ ਉਹਦਾ ਟਾਈਟਲ ਕੁਝ ਹੋਰ ਬਣਾਇਆ ਦੁਨੀਆ ਨੂੰ ਆਪਣੇ ਵੱਲ ਖਿੱਚਣ ਵਾਸਤੇ। ਉੱਥੇ ਬੜੇ ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ, ਆਹ ਸ਼ਬਦ ਪੜ੍ਹੋਗੇ ਇਹ ਤੁਹਾਨੂੰ ਆਹ ਮਿਲ ਜਾਏਗਾ, ਆਹ ਮੰਤਰ ਪੜ੍ਹੋਗੇ ਆਹ ਮਿਲ ਜਾਏਗਾ, ਫਲਾਣੇ ਨੇ ਆਹ ਮੰਤਰ ਪੜ੍ਹਿਆ ਉਹਦੇ ਨਾਲ ਇਹ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਜਿੰਨੇ ਮਰਜ਼ੀ ਮੰਤਰਾਂ ਦਾ ਜਾਪ ਕਰ ਲੈ, ਕਰਮਾਂ ਵਿੱਚ ਨਹੀਂ ਲਿਖਿਆ ਤੇ ਮਿਲਣਾ ਨਹੀਂ। ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੈ ਕੀ ਪਾਈਐ। ਗੁਰਬਾਣੀ ਇਹ ਫਰਮਾਨ ਕਰਦੀ ਹੈ, ਲੋਕ ਧਨ ਵਾਸਤੇ, ਪਦਾਰਥਾਂ ਵਾਸਤੇ ਦੇਵੀ ਦੇਵਤਿਆਂ ਦਾ ਆਰਾਧਨ ਕਰਦੇ ਨੇ, ਪੈਗੰਬਰਾਂ ਦਾ ਆਰਾਧਨ ਕਰਦੇ ਨੇ, ਗੁਪਤ ਸ਼ਕਤੀਆਂ ਦਾ ਆਰਾਧਨ ਕਰਦੇ ਨੇ। ਪਰ ਭਾਈ ਪਿਆਰਿਆ, ਆਰਾਧਨ ਜਿੰਨਾ ਮਰਜ਼ੀ ਕਰ ਲਾ, ਧਨ ਉਹ ਮਿਲਣਾ, ਪਦਾਰਥ ਉਹ ਮਿਲਣਾ ਜਿਹੜਾ ਪਰਮਾਤਮਾ ਨੇ ਕਰਮਾਂ ਵਿੱਚ ਲਿਖਿਆ। ਜਿਹੜਾ ਕਰਮਾਂ ਵਿੱਚ ਨਹੀਂ ਲਿਖਿਆ ਉਹ ਤੈਨੂੰ ਪ੍ਰਾਪਤ ਵੀ ਨਹੀਂ ਹੋਣਾ ਹੈ। ਕਿਸ ਹੋਂ ਜਾਚੀ ਕਿਸ ਆਰਾਧੀ, ਫਿਰ ਕਿਹਨੂੰ ਜਾ ਕੇ ਆਰਾਧੀਏ, ਕਿਹਦੇ ਅੱਗੇ ਜਾ ਕੇ ਤਰਲਾ ਕਰੀਏ, ਕਿਉਂਕਿ ਤਰਲਾ ਕੀਤਾ ਵੀ ਸਾਡਾ ਵਿਅਰਥ ਹੀ ਜਾਣਾ। ਜੇ ਕਰਮਾਂ 'ਚ ਲਿਖਿਆ ਹੀ ਨਹੀਂ ਤੇ ਪ੍ਰਾਪਤ ਹੋਣਾ ਹੀ ਨਹੀਂ ਹੈ। ਇਸ ਕਰਕੇ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆ, ਇੱਥੇ ਆ ਕੇ ਮੱਥਾ ਟੇਕ, ਇੱਥੇ ਆ ਕੇ ਅਰਦਾਸ ਕਰ, ਕਿਉਂਕਿ ਗੁਰੂ ਸਮਰੱਥ ਹੈ ਤੇਰਾ ਕਰਮ ਲਿਖਣ ਵਾਸਤੇ। ਜਦੋਂ ਗੁਰੂ ਨੇ ਕਰਮ ਲਿਖ ਦਿੱਤਾ, ਬਾਕੀ ਦਾਤਾਂ ਆਪੇ ਹੀ ਮਿਲ ਜਾਣੀਆਂ। ਜਿੰਨਾ ਚਿਰ ਕਰਮ ਨਹੀਂ ਲਿਖਿਆ ਜਾਂਦਾ ਉਹਨਾਂ ਚਿਰ ਦਾਤ ਵੀ ਮਿਲਦੀ ਨਹੀਂ। ਭਾਵੇਂ ਜਿੰਨੇ ਮਰਜ਼ੀ ਮੰਤਰ ਪੜ੍ਹ ਲਾ, ਜਿੰਨੇ ਮਰਜ਼ੀ ਢਾਲੇ ਕਰ ਲਾ, ਜਿੰਨੇ ਮਰਜ਼ੀ ਪੁੰਨ ਤੇ ਦਾਨ ਕਰ ਲਾ, ਆਪਣੇ ਪਰਿਵਾਰ ਤੋਂ, ਬੱਚਿਆਂ ਤੋਂ ਜਿੰਨਾ ਮਰਜ਼ੀ ਵਾਰ-ਵਾਰ ਕੇ ਕੱਪੜੇ ਦਾਨ ਕਰ, ਫਲ ਦਾਨ ਕਰ, ਮਾਇਆ ਦਾਨ ਕਰ। ਮੈਂ ਸ਼ਨੀਵਾਰ ਢਾਲਾ ਦੇ ਦਿੱਤਾ ਹੈ, ਮੈਂ ਮੰਗਲਵਾਰ ਢਾਲਾ ਦੇ ਦਿੱਤਾ ਹੈ। ਢਾਲੇ ਜਿੰਨੇ ਮਰਜ਼ੀ ਕਰ ਲਾ, ਜਿੰਨਾ ਚਿਰ ਕਰਮਾਂ 'ਚ ਦਾਤ ਨਹੀਂ ਲਿਖੀ ਉਹਨਾਂ ਚਿਰ ਪ੍ਰਾਪਤ ਨਹੀਂ ਹੁੰਦੀ। ਤੇ ਕਰਮ ਲਿਖਣ ਵਾਲਾ ਇੱਕ ਪਰਮੇਸ਼ਰ ਹੈ, ਕਰਮ ਲਿਖਣ ਵਾਲਾ ਇੱਕ ਗੁਰੂ ਹੈ। ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਅੱਗੇ ਬੇਨਤੀ ਕਰ, ਆਪਣਾ ਕਰਮ ਬਦਲ, ਮੱਥਾ ਟੇਕ ਕੇ ਗੁਰੂ ਚਰਨਾਂ ਦੇ ਵਿੱਚ। ਜਦੋਂ ਕਰਮ ਬਦਲ ਗਿਆ ਦਾਤਾਂ ਆਪੇ ਮਿਲ ਜਾਣੀਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਸ ਹੋਂ ਜਾਚੀ ਕਿਸ ਆਰਾਧੀ, ਮੈਂ ਕਿਹਨੂੰ ਆਰਾਧਾਂ, ਆਰਾਧਨਾ ਕਿਹਦੀ ਕਰਾਂ, ਕਿਹਦੇ ਮੰਤਰ ਨੂੰ ਜਪਾਂ, ਕਿਹਦੇ ਘਰੋਂ ਜਾ ਕੇ ਮੰਗਾਂ, ਕਿਹਦੇ ਅੱਗੇ ਫਰਿਆਦ ਕਰਾਂ। ਕਿਉਂਕਿ ਸਭ ਕੋ ਕੀਤਾ ਹੋਸੀ, ਜੋ ਕੁਝ ਹੋਣਾ ਉਹ ਪਰਮਾਤਮਾ ਨੇ ਕੀਤਾ, ਉਹ ਪਰਮਾਤਮਾ ਨੇ ਕਰਨਾ। ਜੋ ਕੁਛ ਕਰਨਾ ਸੋ ਕਰ ਰਹਿਆ, ਗੁਰਬਾਣੀ ਦਾ ਬਚਨ ਹੈ। ਪਰਮਾਤਮਾ ਜੋ ਤੂੰ ਕਰਨਾ, ਜੋ ਤੂੰ ਕੀਤਾ ਉਹ ਤੂੰ ਕਰਕੇ ਰਹਿਣਾ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ ਹੈ।
ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ। ਜਿਹੜਾ ਜਿਹੜਾ ਦੁਨੀਆ ਵਿੱਚ ਵੱਡਾ ਦਿਸਦਾ, ਵੱਡਾ ਮਾਇਆ ਕਰਕੇ, ਮੈਂ ਬੜਾ ਅਮੀਰ ਹਾਂ, ਮੇਰੇ ਕੋਲ ਬੜਾ ਧਨ ਹੈ, ਮੈਂ ਰਾਜਾ ਹਾਂ, ਮੈਂ ਮੰਤਰੀ ਹਾਂ, ਜਿਹੜਾ ਜਿਹੜਾ ਦੁਨੀਆ ਵਿੱਚ ਵੱਡਾ ਦਿਸਦਾ ਧਨ ਕਰਕੇ, ਅਤੇ ਵਡੇਰਾ ਜਿਹੜਾ ਉਮਰਾਂ ਕਰਕੇ ਵੱਡਾ ਹੈ, ਜਿਹਦੀ ਉਮਰਾਂ ਬੜੀ ਲੰਮੀ ਹੈ। ਕੋਈ ਆਖਦਾ ਮੈਂ 100 ਸਾਲ ਦਾ, ਕੋਈ ਆਖਦਾ ਮੈਂ 125 ਸਾਲ ਦਾ, ਮੇਰੀ ਤੇ ਉਮਰਾਂ ਬੜੀ ਵੱਡੀ ਹੈ। ਕੋਈ ਉਮਰਾਂ ਕਰਕੇ ਵਡੇਰਾ ਹੈ, ਕੋਈ ਧਨ ਕਰਕੇ ਵੱਡਾ ਹੈ। ਬਾਦਸ਼ਾਹ ਕਹਿਣ ਲੱਗੇ ਜੋ ਜੋ ਦਿਸੈ, ਜਿਹੜਾ ਜਿਹੜਾ ਤੈਨੂੰ ਦਿਸਦਾ ਪਿਆ ਨਾ ਅੱਖਾਂ ਦੇ ਨਾਲ ਵੀ ਆਹ ਧਨ ਕਰਕੇ ਅਮੀਰ ਹੈ, ਆਹ ਉਮਰਾਂ ਕਰਕੇ ਬੜੀ ਵੱਡੀ ਉਮਰਾਂ ਨੂੰ ਮੰਨਣ ਵਾਲਾ ਹੈ। ਬਾਦਸ਼ਾਹ ਕਹਿਣ ਲੱਗੇ ਸੋ ਸੋ ਖਾਕੂ ਰਲਸੀ। ਖਾਕੂ ਨਾਮ ਖਾਕ ਦਾ, ਖਾਕ ਕਹਿੰਦੇ ਸਵਾਹ ਨੂੰ। ਬਾਦਸ਼ਾਹ ਕਹਿਣ ਲੱਗੇ ਕੁਝ ਸਮੇਂ ਬਾਅਦ ਤੈਨੂੰ ਉਹ ਸਵਾਹ ਵਿੱਚ ਮਿਲਿਆ ਹੀ ਨਜ਼ਰ ਆਵੇਗਾ। ਜਿਹਨੂੰ ਤੂੰ ਅੱਜ ਵੱਡਾ ਮੰਨਦਾ ਪਿਆ ਨਾ ਵੀ ਇਹ ਮਾਇਆ ਕਰਕੇ ਬੜਾ ਵੱਡਾ ਹੈ, ਜਿਸ ਦਿਨ ਮੌਤ ਆ ਗਈ ਮਾਇਆ ਤੇ ਛੱਡ ਜਾਏਗਾ, ਪਰ ਸ਼ਮਸ਼ਾਨ ਦੇ ਵਿੱਚ ਇੱਕ ਸਵਾਹ ਦੀ ਮੁੱਠੀ ਬਣ ਕੇ ਰਹਿ ਜਾਏਗਾ। ਜਿਹੜਾ ਅੱਜ ਤੈਨੂੰ ਲੱਗਦਾ ਪਿਆ ਵੀ ਬੜੀ ਵੱਡੀ ਉਮਰਾਂ ਦਾ ਮਾਲਕ ਹੈ, ਸਮਾਂ ਆ ਜਾਣਾ ਹੈ, ਇਹ ਉਮਰਾਂ ਮੁੱਕ ਜਾਣੀ, ਇਹਨੇ ਵੀ ਸਵਾਹ ਦੀ ਢੇਰੀ ਹੋ ਜਾਣਾ ਹੈ। ਜੋ ਜੋ ਦਿਸੈ ਵੱਡਾ ਵਡੇਰਾ, ਜਿਨ੍ਹਾਂ ਦੇ ਮਗਰ ਦੌੜਿਆ ਫਿਰਦਾ, ਭੱਜਿਆ ਫਿਰਦਾ, ਆਹ ਬੰਦਾ ਬੜੇ ਰਸੂਖ ਵਾਲਾ ਹੈ, ਇਹਦੀ ਸਰਕਾਰੇ ਦਰਬਾਰੇ ਬੜੀ ਚੱਲਦੀ ਹੈ, ਇਹਦੇ ਕੋਲ ਜ਼ਮੀਨ ਬੜੀ ਹੈ, ਧਨ ਬੜਾ ਹੈ, ਇਹਦੀ ਪਹੁੰਚ ਬੜੀ ਹੈ। ਬਾਦਸ਼ਾਹ ਕਹਿਣ ਲੱਗੇ ਥੋੜ੍ਹੇ ਸਮੇਂ ਦਾ ਵੇਟ ਕਰ, ਇੰਤਜ਼ਾਰ ਕਰ। ਸੋ ਸੋ ਖਾਕੂ ਰਲਸੀ। ਇਹਦੇ ਵਰਗੇ ਪਤਾ ਨਹੀਂ ਕਿੰਨੇ ਕੁ ਦੁਨੀਆ 'ਤੇ ਆਏ ਜਿਹੜੇ ਸਵਾਹ ਬਣ ਗਏ, ਇੱਥੇ ਆ ਕੇ ਖਤਮ ਹੋ ਗਏ। ਇਹਦੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਆਉਣਗੇ ਜਿਨ੍ਹਾਂ ਨੇ ਸਵਾਹ ਹੋ ਕੇ ਇੱਥੋਂ ਚਲੇ ਜਾਣਾ ਹੈ। ਪਾਤਸ਼ਾਹ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਰਾਮ ਗਇਓ ਰਾਵਣ ਗਇਓ। ਇਹੋ ਜਿਹੇ ਰਾਜੇ ਦੁਨੀਆ ਵਿੱਚ ਹੋਏ। ਇਸਲਾਮ ਦਾ ਗ੍ਰੰਥ ਇਹ ਗੱਲ ਕਹਿੰਦਾ ਹੈ, ਬੰਦਿਆ ਤੂੰ ਇੱਕ ਕਦਮ ਚੁੱਕ ਕੇ ਅੱਗੇ ਰੱਖਦਾ, ਇੱਕ ਪੈਰ ਅੱਗੇ ਰੱਖਦਾ, ਰਾਜੇ ਦੀ ਮੜੀ ਦੇ ਉੱਪਰ ਜਾ ਕੇ ਟਿਕਦਾ, ਦੂਜਾ ਕਦਮ ਅੱਗੇ ਚੁੱਕ ਕੇ ਰੱਖਦਾ, ਵਜ਼ੀਰ ਦੀ ਮੜੀ ਦੇ ਉੱਪਰ ਪੈਂਦਾ ਹੈ। ਦੁਨੀਆ 'ਤੇ ਇੰਨੇ ਰਾਜੇ ਤੇ ਇੰਨੇ ਵਜ਼ੀਰ ਹੋ ਕੇ ਸਵਾਹ ਬਣ ਕੇ ਕਬਰਾਂ ਵਿੱਚ ਦਫਨ ਹੋ ਕੇ ਚਲੇ ਗਏ। ਤੂੰ ਜਿਨ੍ਹਾਂ ਦੇ ਮਗਰ ਲੱਗਿਆ ਫਿਰਦਾ, ਸਵਾਹ ਤੇ ਇਹਨਾਂ ਨੇ ਵੀ ਹੋ ਜਾਣਾ, ਦਫਨ ਤੇ ਇਹਨਾਂ ਨੇ ਵੀ ਹੋ ਜਾਣਾ, ਫਿਰ ਇਹਨਾਂ ਦੇ ਪਿੱਛੇ ਲੱਗਣ ਦਾ ਕੀ ਲਾਭ ਹੋਇਆ। ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ। ਉਹਨੇ ਭਾਈ ਸਵਾਹ ਦੇ ਵਿੱਚ ਮਿਲ ਜਾਣਾ। ਇਸ ਕਰਕੇ ਵੱਡੇ ਵਡੇਰਿਆਂ ਨੂੰ ਛੱਡ, ਜੇ ਮੰਨਣਾ ਹੈ ਤੇ ਪਰਮਾਤਮਾ ਦੇ ਨਾਮ ਨੂੰ ਮੰਨ, ਜਪਣਾ ਤੇ ਉਹਦੇ ਨਾਮ ਨੂੰ ਜਪ। ਅੱਜ ਵੀ ਲੋਕ ਆਪਣੇ ਵੱਡੇ ਵਡੇਰਿਆਂ ਦੀਆਂ ਮੜੀਆਂ, ਦੁਆਬੇ ਦੇ ਵਿੱਚ ਬੜਾ ਰਿਵਾਜ ਇਹ ਬਣਿਆ ਹੋਇਆ, ਉਹਨਾਂ ਨੇ ਮੜੀਆਂ ਬਣਾਈਆਂ ਹੋਈਆਂ, ਤੇ ਉਹਨਾਂ ਮੜੀਆਂ ਵਿੱਚ ਸਾਡਾ ਜਠੇਰਾ ਹੈ, ਇਹ ਸਾਡਾ ਫਲਾਣਾ ਹੈ, ਉੱਥੇ ਜਾ ਕੇ ਮੱਥਾ ਟੇਕਦੇ, ਉੱਥੇ ਜਾ ਕੇ ਕਈ ਤਰ੍ਹਾਂ ਦੇ ਉਹ ਕਰਮ ਕਾਂਡ ਕਰਦੇ। ਪਾਤਸ਼ਾਹ ਕਹਿਣ ਲੱਗੇ ਉਹ ਵੱਡਾ ਵਡੇਰਾ ਤੇ ਮੜੀ ਵਿੱਚ ਮਰ ਕੇ ਖਤਮ ਹੋ ਗਿਆ, ਹੁਣ ਤੂੰ ਕਿਹਦੀ ਪੂਜਾ ਕਰਦਾ ਪਿਆ? ਪੂਜਾ ਉਹਦੀ ਕਰ ਜਿਹੜਾ ਸਦਾ ਵਾਸਤੇ ਰਹਿਣ ਵਾਲਾ, ਮਰੇ ਨੇ ਤੇਰੀ ਕੀ ਕਰ ਦੇਣੀ ਹੈ, ਮਦਦ ਕੋਈ ਨਹੀਂ ਕਰ ਸਕਦਾ। ਇਹਨਾਂ ਬਚਨਾਂ ਨੂੰ ਸਮਝਣਾ ਕਰੋ। ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਤ ਦੇਸੀ। ਪਰਮਾਤਮਾ ਨਿਰਭਉ ਹੈ, ਰੱਬ ਨੂੰ ਕਿਸੇ ਦਾ ਡਰ ਨਹੀਂ ਹੈ ਵੀ ਮੈਂ ਇਸ ਬੰਦੇ ਨੂੰ ਦਾਤ ਦੇਵਾਂਗਾ ਤੇ ਦੂਜਾ ਨਾਰਾਜ਼ ਹੋ ਜਾਏਗਾ। ਰੱਬ ਨੂੰ ਡਰ ਨਹੀਂ ਹੈ। ਕਈ ਵਾਰ ਸਾਡਾ ਕੋਈ ਰਿਸ਼ਤੇਦਾਰ ਕੋਈ ਤਕੜਾ ਹੋਵੇ ਨਾ, ਅਸੀਂ ਉਹਦੇ ਕੋਲੋਂ ਮਦਦ ਮੰਗ ਲਈਏ, ਉਹ ਮਦਦ ਦੇਣ ਨੂੰ ਤਿਆਰ ਵੀ ਹੋ ਜਾਏ, ਉਹਨੂੰ ਦੂਜਾ ਕੋਈ ਰਿਸ਼ਤੇਦਾਰ ਆਖੇ ਵੀ ਮਦਦ ਨਾ ਦੇਵੀਂ ਨਹੀਂ ਤੇ ਮੈਂ ਤੇਰੇ ਨਾਲ ਨਾਰਾਜ਼ ਹੋ ਜਾਵਾਂਗਾ, ਉਸੇ ਵੇਲੇ ਡਰ ਕੇ ਪਿੱਛੇ ਹਟ ਜਾਂਦਾ, ਮੈਂ ਮਦਦ ਨਹੀਂ ਕਰ ਸਕਦਾ। ਪਾਤਸ਼ਾਹ ਕਹਿਣ ਲੱਗੇ ਦੁਨੀਆ ਦੇ ਲੋਕ ਤੇ ਡਰ ਦੇ ਵਿੱਚ ਨੇ, ਇਹਦੇ ਨਾਲ ਵਰਤਾਂਗਾ ਦੂਜਾ ਨਾਰਾਜ਼ ਹੋਵੇਗਾ, ਇਹਦੇ ਨਾਲ ਮੈਂ ਗੱਲ ਕਰਾਂਗਾ ਦੂਜਾ ਵੇਖ ਕੇ ਨਾਰਾਜ਼ ਹੋ ਜਾਏਗਾ। ਦੁਨੀਆ ਦੇ ਲੋਕ ਤੇ ਹਰ ਵੇਲੇ ਪੈਰ ਪੈਰ ਤੇ ਡਰਦੇ ਨੇ। ਪਰਮਾਤਮਾ ਨਿਰਭਉ ਹੈ, ਉਹਨੂੰ ਡਰ ਨਹੀਂ ਕਿਸੇ ਦਾ ਵੀ ਮੈਂ ਇਹਨੂੰ ਦੇਵਾਂਗਾ ਤੇ ਦੂਜਾ ਨਾਰਾਜ਼ ਹੋਵੇਗਾ, ਨਹੀਂ ਡਰ। ਮਰਜ਼ੀ ਦਾ ਮਾਲਕ ਉਹ ਦਿੰਦਾ ਹੈ। ਫਿਰ ਉਹ ਨਿਰੰਕਾਰ ਹੈ, ਉਹਦਾ ਕੋਈ ਸਰੀਰ ਦਾ ਆਕਾਰ ਨਹੀਂ ਹੈ। ਭਾਵ ਖੰਡਨ, ਦੁਨੀਆ ਦੇ ਦੁੱਖਾਂ ਨੂੰ ਤੋੜਨ ਵਾਲਾ ਵੀ ਹੈ। ਭਾਵ ਤੋਂ ਭਾਵ ਸੰਸਾਰ, ਸੰਸਾਰ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਦੁੱਖਾਂ ਨੂੰ ਖੰਡਨ ਕਹੀਏ, ਟੋਟੇ ਟੋਟੇ ਕਰਨ ਵਾਲਾ, ਨਾਸ਼ ਕਰ ਦੇਣ ਵਾਲਾ, ਦੁੱਖਾਂ ਨੂੰ ਤੋੜਨ ਵਾਲਾ ਉਹ ਪਰਮਾਤਮਾ। ਸਭ ਸੁਖ ਨਵ ਨਿਧ ਦੇਸੀ। ਜੇ ਉਹਦੇ ਨਾਮ ਨੂੰ ਜਪੇਗਾ ਨਾ ਭਾਈ ਪਿਆਰਿਆ, ਤੈਨੂੰ ਦੁਨੀਆ ਦੇ ਤਮਾਮ ਸੁੱਖ ਪ੍ਰਾਪਤ ਹੋ ਜਾਣਗੇ। ਸੁੱਖਾਂ ਦੇ ਨਾਲ ਨਾਲ ਨਵ ਨਿਧ, 9 ਨਿਧੀਆਂ ਵੀ ਪ੍ਰਾਪਤ ਹੋ ਜਾਣਗੀਆਂ। ਐਸੀ ਦਾਤ ਉਹ ਦਿੰਦਾ ਹੈ, ਸੁੱਖ ਵੀ ਦਿੰਦਾ ਹੈ, ਨਿਧੀਆਂ ਰਿਧੀਆਂ ਸਿੱਧੀਆਂ ਦੇ ਦਿੰਦਾ ਹੈ, ਸਭ ਕੁਝ ਦੇਣ ਦੇ ਉਹ ਸਮਰੱਥ ਹੈ। ਹਰਿ ਜਿਉ
ਤੇਰੀ ਦਾਤੀ ਰਾਜਾ। ਐ ਪ੍ਰਮਾਤਮਾ ਤੇਰੀ ਦਾਤੀ ਰਾਜਾਂ, ਮੈਂ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਕਰਕੇ ਰੱਜ ਗਿਆ। ਬੰਦੇ ਕੋਲੋਂ ਮੰਗਾਂਗੇ ਨਾ ਦੁਬਾਰਾ ਫਿਰ ਭੁੱਖ ਲੱਗ ਜਾਏਗੀ। ਆਪਾਂ ਵੇਖਦੇ ਆ ਨਾ, ਕੋਈ ਘਰ ਦੇ ਵਿੱਚ ਚੰਗਾ ਸਮਾਗਮ ਖੁਸ਼ੀ ਦਾ ਰੱਖ ਲਈਏ, ਦਰਵਾਜ਼ੇ 'ਤੇ ਮੰਗਤਾ ਮੰਗਣ ਵਾਸਤੇ ਆ ਗਿਆ। ਉਹ ਮੰਗਤਾ ਸਾਡੇ ਘਰੇ ਪਹਿਲਾਂ ਨਹੀਂ ਆਇਆ, ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਘਰਾਂ ਵਿੱਚ ਉਹ ਮੰਗ ਕੇ ਆਇਆ, ਸਾਡੇ ਘਰ ਤੋਂ ਬਾਅਦ ਵਿੱਚ ਵੀ ਪਤਾ ਨਹੀਂ ਉਹਨੇ ਕਿੰਨੇ ਘਰਾਂ ਵਿੱਚ ਮੰਗਣਾ, ਉਹਨੂੰ ਰੱਜ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਉਹ ਬੰਦੇ ਕੋਲੋਂ ਮੰਗਦਾ ਪਿਆ ਹੈ। ਬੰਦੇ ਦੀ ਦਾਤ ਦੇ ਨਾਲ ਕਦੇ ਰੱਜ ਨਹੀਂ ਆਉਂਦਾ। ਰੱਜ ਉਦੋਂ ਆਉਂਦਾ ਜਦੋਂ ਪ੍ਰਮਾਤਮਾ ਦਾਤ ਦਿੰਦਾ ਹੈ। ਹਰ ਜੀਓ ਤੇਰੀ ਦਾਤੀ ਰਾਜਾਂ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਹੀ ਮੇਰਾ ਰੱਜ ਹੁੰਦਾ ਹੈ। ਜਦੋਂ ਤੂੰ ਦਿੰਦਾ ਉਦੋਂ ਰੱਜ ਆਉਂਦਾ ਹੈ। ਦੁਨੀਆ ਤੋਂ ਮੰਗਿਆ ਕੁਝ ਨਹੀਂ ਬਣਦਾ। ਮੰਗਣ ਵਾਲਾ ਤੇ ਸਾਰੀ ਉਮਰ ਮੰਗਦਾ ਰਿਹਾ, ਪਰ ਮੰਗ ਮੰਗ ਕੇ ਆਪਣੀ ਭੁੱਖ ਦੂਰ ਨਹੀਂ ਕਰ ਸਕਿਆ। ਪਰ ਪਰਮਾਤਮਾ ਜਦੋਂ ਤੇਰੇ ਕੋਲੋਂ ਮੰਗੀਦਾ, ਤੂੰ ਇੰਨੀ ਦਾਤ ਵੱਡੀ ਦੇ ਦਿੰਦਾ, ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਹਨ। ਮਾਨਸ ਬਪੜਾ ਕਿਆ ਸਲਾਹੀ, ਕਿਆ ਤਿਸਕਾ ਮੁਹਤਾਜਾ। ਇਹ ਜਿਹੜਾ ਵਿਚਾਰਾ ਬੰਦਾ ਹੈ, ਇਹ ਕੀ ਹੈ ਰੱਬ ਦੇ ਅੱਗੇ? ਐਵੇਂ ਬੰਦੇ ਦੀ ਤਾਰੀਫ ਕਰੀ ਜਾਣੀ। ਆਪਾਂ ਵੇਖਦੇ ਹਾਂ ਨਾ, ਕੋਈ ਮੰਤਰੀ ਸੰਤਰੀ, ਕੋਈ ਥੋੜ੍ਹਾ ਜਿਹਾ ਬੰਦਾ ਜਾਣ ਪਛਾਣ ਵਾਲਾ ਆ ਜਾਵੇ, ਲੋਕ ਮੈਕ ਫੜ ਫੜ ਕੇ ਮੈਕ ਪਾੜਨ ਤੱਕ ਜਾਂਦੇ ਉਹਦੀ ਤਾਰੀਫ ਕਰ ਕਰਕੇ, ਇਹਨੇ ਇਹ ਕੀਤਾ, ਇਹਨੇ ਉਹ ਕੀਤਾ, ਇਹ ਬੜਾ ਵੱਡਾ ਹੈ। ਸੰਗਤ ਵਿੱਚ ਵੀ ਆ ਕੇ ਉਸ ਨੂੰ ਹੰਕਾਰ ਹੀ ਖਵਾਇਆ ਵੀ ਇੱਥੋਂ ਵੀ ਹੰਕਾਰ ਹੀ ਪੱਲੇ ਬੰਨ੍ਹ ਕੇ ਜਾ। ਸੰਗਤ ਵਿੱਚ ਆਉਣਾ ਸੀ ਨਿਮਰਤਾ ਦੇ ਨਾਲ, ਇੱਥੋਂ ਲੈ ਕੇ ਜਾਣੀ ਸੀ ਨਿਮਰਤਾ, ਪਿਆਰ, ਗੁਰੂ ਦਾ ਸ਼ਬਦ। ਪਰ ਇੱਥੇ ਗੁਰੂ ਦਾ ਸ਼ਬਦ ਤੇ ਕੀ ਜਪਣਾ, ਪਿਆਰ ਤੇ ਕੀ ਮਿਲਣਾ, ਸਗੋਂ ਹੰਕਾਰ ਦੀ ਪੰਡ ਪੱਲੇ ਬੰਨ੍ਹ ਕੇ ਤੋਰਿਆ ਵੀ ਪਹਿਲਾਂ ਘੱਟ ਸੀ, ਲੈ ਹੁਣ ਹੋਰ ਲੈ ਜਾ। ਪਾਤਸ਼ਾਹ ਕਹਿਣ ਲੱਗੇ ਮਾਨਸ ਬਪੜਾ, ਇਹ ਬੰਦਾ ਵਿਚਾਰਾ ਕੀ ਹੈ, ਇਹਦੀ ਕਾਹਦੀ ਸਿਫਤ ਕਰਨੀ ਹੈ? ਇਹਦਾ ਤੇ ਪਤਾ ਹੀ ਨਹੀਂ ਵੀ ਕਿੰਨੇ ਸਮੇਂ ਵਾਸਤੇ ਹੈ, ਕਿਆ ਸਾਲਾਹੀ, ਇਹਦੀ ਫਿਰ ਸਲੌਤ ਕੀ ਕਰਨੀ ਹੈ, ਬੰਦੇ ਦੀ ਕਾਹਦੀ ਤਾਰੀਫ ਕਰਨੀ ਹੈ, ਇਹਦਾ ਕੀ ਪਤਾ ਇਹਨੇ ਕੀ ਕਰ ਦੇਣਾ ਹੈ। ਕਿਆ ਤਿਸਕਾ ਮੁਹਤਾਜਾ, ਮੁਹਤਾਜਾ ਤੋਂ ਭਾਵ ਹੁੰਦਾ ਮੁਥਾਜਗੀ। ਕਿਸੇ ਦੀ ਮੁਥਾਜਗੀ ਕੀ ਕਰਨੀ ਹੈ, ਕਿਸੇ ਦੀ ਅਧੀਨਗੀ ਕੀ ਕਰਨੀ ਹੈ, ਕਿਸੇ ਦੇ ਥੱਲੇ ਲੱਗ ਕੇ ਕੀ ਰਹਿਣਾ ਹੈ। ਕੋਈ ਫਾਇਦਾ ਨਹੀਂ ਕਿਸੇ ਦੇ ਥੱਲੇ ਲੱਗ ਕੇ ਰਹਿਣ ਦਾ, ਕਿਸੇ ਦੀ ਮੁਥਾਜਗੀ ਮੰਨਣ ਦਾ। ਮੁਥਾਜਗੀ ਮੰਨਣੀ ਪਰਮਾਤਮਾ ਦੀ ਮੰਨ, ਡਰ ਮੰਨਣਾ ਪਰਮਾਤਮਾ ਦਾ ਮੰਨ। ਜੇ ਸਿਫਤ ਕਰਨੀ ਹੈ ਤੇ ਪਰਮਾਤਮਾ ਦੀ ਕਰ, ਜਿਹਦੀ ਸਿਫਤ ਕੀਤਿਆਂ ਤੂੰ ਰੱਜ ਜਾਵੇਂਗਾ। ਸਾਲਾਹੀ ਸਾਲਾਹੇ, ਉਸ ਪਰਮਾਤਮਾ ਦੀ ਜਿਹੜਾ ਸਲਾਹੁਣੇ ਯੋਗ ਹੈ ਨਾ, ਉਹਦੀ ਸਲਾਹੁਤਾ ਕਰ, ਤਾਂ ਤੈਨੂੰ ਕੁਝ ਪ੍ਰਾਪਤ ਹੋਣਾ। ਉਹਦੀਆਂ ਦਾਤਾਂ ਦੇ ਨਾਲ ਬੰਦਿਆ ਰੱਜ ਆਉਣਾ। ਬੰਦੇ ਦੀ ਮੁਥਾਜੀ ਨਾ ਕਰਿਆ ਕਰ, ਇੱਥੋਂ ਕੁਝ ਨਹੀਂ ਹੋ ਮਿਲਣਾ। ਬੰਦੇ ਦੀ ਮੁਥਾਜੀ ਕਰਿਆ ਜੇ ਕੁਝ ਮਿਲਦਾ ਹੋਵੇ ਤੇ ਮੰਗਤੇ ਵਾਰ-ਵਾਰ ਘਰਾਂ ਵਿੱਚ ਮੰਗਦੇ ਨਾ ਫਿਰਨ, ਖੁਸਰੇ ਵਾਰ-ਵਾਰ ਘਰਾਂ ਵਿੱਚ ਮੰਗਦੇ ਨਾ ਫਿਰਨ, ਭੰਡ ਘਰ ਘਰ ਵਿੱਚ ਜਾ ਕੇ ਮੰਗਦੇ ਨਾ ਫਿਰਨ, ਮੰਗਤੇ ਬੈਠੇ ਹੋਏ ਸੜਕਾਂ 'ਤੇ ਮੰਗਦੇ ਨਾ ਰਹਿਣ। ਇਹ ਰੱਜ ਜਾਣ, ਪਰ ਬੰਦੇ ਦੀ ਦਾਤ ਦਿੱਤਿਆਂ ਰੱਜ ਨਹੀਂ ਹੈ। ਰੱਜ ਉਦੋਂ ਆਉਣਾ ਜਦੋਂ ਪਰਮਾਤਮਾ ਨੇ ਦਾਤ ਦੇਣੀ ਹੈ। ਇਸ ਕਰਕੇ ਬੰਦੇ ਦੀ ਮੁਥਾਜਗੀ ਛੱਡ ਕੇ, ਇਹਦੀ ਸਿਫਤ ਛੱਡ ਕੇ, ਇਹ ਬੰਦਾ ਕੁਝ ਨਹੀਂ ਹੈ। ਪਰਮਾਤਮਾ ਦੀ ਸਿਫਤ ਕਰਿਆ ਕਰ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਪਰਮਾਤਮਾ ਨੇ ਧਿਆਇਆ ਹੈ, ਜਿਨ੍ਹਾਂ ਜੀਵਾਂ ਨੇ ਪਰਮਾਤਮਾ ਨੂੰ ਧਿਆਇਆ ਹੈ, ਹੁਣ ਉਹਨਾਂ ਨੂੰ ਕੀ ਮਿਲਿਆ? ਪਾਤਸ਼ਾਹ ਕਹਿੰਦੇ ਸਭ ਕਿਛ ਤਿਸਕਾ, ਰੱਬ ਨੇ ਸਾਰਾ ਕੁਝ ਉਹਨੂੰ ਹੀ ਦੇ ਦਿੱਤਾ, ਉਹਨੂੰ ਇਹੋ ਜਿਹਾ ਬਣਾ ਦਿੱਤਾ। ਕਹਿਣ ਲੱਗੇ ਵੀ ਲੈ ਤੂੰ ਅੱਗੇ ਵੀ ਵੰਡੀ ਚੱਲ। ਸੋ ਅਸੀਂ ਬੰਦੇ ਦੀ ਸਿਫਤ ਕਰਾਂਗੇ ਨਾ, ਬੰਦਾ ਸਾਨੂੰ ਦਾਨ ਤੇ ਦੇ ਸਕਦਾ ਹੈ, ਪਰ ਆਪਣੀ ਜਗ੍ਹਾ ਤੇ ਨਹੀਂ ਬਿਠਾ ਸਕਦਾ। ਹੁਣ ਕੋਈ ਵੱਡਾ ਮੰਨ ਲਓ ਜਗੀਰਦਾਰ ਹੈ ਜਾਂ ਕੋਈ ਵੱਡਾ ਮੰਤਰੀ ਹੈ, ਆਪਾਂ ਉਹਦੀ ਸਿਫਤ ਕਰੀਏ, ਉਹ ਇਹ ਤਾਂ ਨਹੀਂ ਨਾ ਕਹੇਗਾ ਵੀ ਲਿਆ ਤੂੰ ਮੇਰੀ ਥਾਂ ਤੇ ਮੰਤਰੀ ਬਣ ਜਾ। ਕੋਈ ਵੱਡਾ ਜਗੀਰਦਾਰ ਇਹ ਨਹੀਂ ਕਹੇਗਾ ਵੀ ਲੈ ਤੂੰ ਮੇਰੀ ਥਾਂ ਤੇ ਜ਼ਮੀਨ ਦਾ ਮਾਲਕ ਬਣ ਜਾ, ਮੈਂ ਪਾਸੇ ਹੋ ਜਾਂਦਾ। ਨਹੀਂ, ਪਰ ਪਰਮਾਤਮਾ ਇਹੋ ਜਿਹਾ ਹੈ, ਜਦੋਂ ਉਹਦੀ ਸਿਫਤ ਕਰੇਗਾ ਨਾ, ਜਿਨ ਹਰ ਧਿਆਇਆ, ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ, ਤਿੰਨ ਸਭ ਕਿਛ ਤਿਸਕਾ, ਪਰਮਾਤਮਾ ਨੇ ਸਾਰਾ ਕੁਝ ਦੇ ਹੀ ਉਹਨੂੰ ਦਿੱਤਾ। ਕਹਿਣ ਲੱਗੇ ਲੈ ਆਪ ਵੀ ਛਕ ਤੇ ਇਹਨੂੰ ਅੱਗੇ ਵੀ ਵੰਡ, ਉਸ ਨੂੰ ਦਾਤਾ ਬਣਾ ਦਿੱਤਾ। ਪਰਮਾਤਮਾ ਐਡਾ ਵੱਡਾ ਹੈ ਕਿ ਉਹ ਮੰਗਣ ਵਾਲਿਆਂ ਨੂੰ ਦਾਤੇ ਬਣਾ ਦਿੰਦਾ ਹੈ, ਅੱਗੇ ਵੰਡਣ ਦੇ ਯੋਗ ਬਣਾ ਦਿੰਦਾ ਹੈ, ਅੱਗੇ ਸਮਰੱਥ ਕਰ ਦਿੰਦਾ ਹੈ। ਪਰਮਾਤਮਾ ਦੀ ਬੰਦਗੀ ਜਿਨ੍ਹਾਂ ਮਹਾਤਮਾ ਨੇ ਕੀਤੀ ਹੈ, ਗੁਰਮੁਖਾਂ ਸਾਧੂ ਸੰਤਾਂ ਨੇ ਕੀਤੀ ਹੈ, ਪਰਮਾਤਮਾ ਇਹੋ ਜਿਹੇ ਖਜ਼ਾਨੇ ਦਿੰਦਾ ਹੈ। ਅੱਜ ਦੁਨੀਆ ਜਾ ਕੇ ਉਹਨਾਂ ਸਾਧੂਆਂ ਦੇ ਕੋਲੋਂ ਮੰਗਦੀ ਪਈ ਹੈ। ਪਰਮਾਤਮਾ ਉਹਨਾਂ ਨੂੰ ਮੰਗਣ ਵਾਲੇ ਨਹੀਂ ਰਹਿਣ ਦਿੰਦਾ,
ਉਹਨਾਂ ਨੂੰ ਦਾਤੇ ਬਣਾ ਦਿੰਦਾ ਹੈ। ਦੁਨੀਆ ਵਿੱਚ ਮੰਗੇਗਾ ਤੇ ਮੰਗਤਾ ਹੀ ਰਵੇਂਗਾ, ਪਰਮਾਤਮਾ ਤੋਂ ਮੰਗੇਗਾ ਦਾਤਾ ਬਣ ਜਾਵੇਂਗਾ, ਵੰਡਣ ਵਾਲਾ। ਪਾਤਸ਼ਾਹ ਕਹਿਣ ਲੱਗੇ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਭਾਈ, ਸਾਰਾ ਕੁਝ ਪ੍ਰਮਾਤਮਾ ਉਹਨਾਂ ਨੂੰ ਦੇ ਦਿੰਦਾ ਹੈ। ਭੁੱਖ ਗਵਾਈ ਉਸ ਦੀਆਂ ਆਪਣੀਆਂ ਭੁੱਖਾਂ ਸਭ ਗਵਾਚ ਜਾਂਦੀਆਂ, ਪਰੇ ਹੋ ਜਾਂਦੀਆਂ, ਭੁੱਖ ਰਹਿ ਹੀ ਕੋਈ ਨਹੀਂ ਜਾਂਦੀ ਹੈ। ਉਹ ਆਪ ਰੱਜ ਜੂ ਗਿਆ, ਰਾਜਾ ਬਣ ਗਿਆ ਨਾ, ਦਾਤਾ ਬਣ ਗਿਆ। ਹੁਣ ਦਾਤੇ ਕੋਲ ਭੁੱਖ ਥੋੜੀ ਹੈ, ਪਰਮਾਤਮਾ ਨੇ ਦਾਤਾ ਬਣਾ ਦਿੱਤਾ ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਹੈ। ਐਸਾ ਧਨ ਦਿਆ ਸੁਖ ਦਾਤੇ, ਇਹ ਖੁੱਟ ਨਾ ਕਬਹੀ ਜਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਐਸਾ ਧਨ ਦਿਆ ਸੁਖ ਦਾਤਾ ਹੈ। ਉਹ ਜਿਹੜਾ ਦਾਤਾਂ ਦੇਣ ਵਾਲਾ ਪਰਮਾਤਮਾ, ਉਹਨੇ ਸੁਖ ਦੀ ਇਹੋ ਜੀ ਦਾਤ ਦਿੱਤੀ, ਇਹੋ ਜੀ ਦਾਤ ਦਿੱਤੀ, ਨਿਖੁੱਟ ਨਾ ਕਬਹੀ ਜਾਈ। ਉਹ ਧਨ ਕਦੇ ਫਿਰ ਮੁੱਕਦਾ ਹੀ ਨਹੀਂ ਹੈ। ਦੁਨੀਆ ਵਿੱਚ ਤੁਸੀਂ ਮਾਇਆ ਕਮਾਈ ਹੈ ਨਾ, ਖਰਚੋਗੇ ਘਟੇਗੀ। ਦੁਨੀਆ ਵਿੱਚ ਘਰ ਬਣਾਇਆ, ਉਹਨੂੰ ਵੰਡੋਗੇ ਤੇ ਉਹ ਘਟ ਜਾਏਗਾ। ਕਪੜਾ ਬਣਾ ਕੇ ਲਿਆਂਦਾ, ਉਹਨੂੰ ਵੰਡਿਆ ਤੇ ਘਟ ਗਿਆ। ਇੱਕ ਪਰਮਾਤਮਾ ਦਾ ਨਾਮ ਇਹੋ ਜਿਹਾ ਹੈ, ਨਾ ਕਦੇ ਮੁੱਕਦਾ ਨਾ ਕਦੇ ਘਟਦਾ ਹੈ। ਐਸਾ ਵੱਡਾ ਉਸ ਦਾ ਨਾਮ ਹੈ। ਐਸਾ ਧਨ ਦੀਆ ਸੁਖ ਦਾਤਾ ਹੈ। ਸੁੱਖਾਂ ਦੇ ਦਾਤੇ ਪਰਮਾਤਮਾ ਨੇ ਐਸਾ ਨਾਮ ਦਾ ਧਨ ਗੁਰਮੁਖਾਂ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਨਿਖੁੱਟ, ਉਹ ਕਦੇ ਮੁੱਕਦਾ ਨਹੀਂ ਹੈ। ਜਿੰਨਾ ਮਰਜ਼ੀ ਵੰਡੀ ਜਾਈਏ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਐਸਾ ਪ੍ਰਮਾਤਮਾ ਦਾ ਨਾਮ ਸਗੋਂ ਵੰਡਿਆ ਵੱਧਦਾ ਹੈ, ਅਤੇ ਨਾ ਕਬਹੀ ਜਾਈ, ਨਾ ਹੀ ਬੰਦੇ ਨੂੰ ਛੱਡ ਕੇ ਕਿਤੇ ਜਾਂਦਾ। ਦੁਨੀਆ ਦੇ ਲੋਕ ਮੁਸੀਬਤ ਪੈਣ ਤੇ ਛੱਡ ਕੇ ਪਰੇ ਹੋ ਜਾਣਗੇ, ਪਰਮਾਤਮਾ ਦਾ ਨਾਮ ਮੁਸੀਬਤ ਵਿੱਚ ਵੀ ਤੇਰੀ ਰੱਖਿਆ ਕਰੇਗਾ, ਕਦੇ ਛੱਡ ਕੇ ਜਾਂਦਾ ਨਹੀਂ। ਐਸਾ ਉਸ ਦਾ ਨਾਮ ਹੈ। ਆਨੰਦ ਭਇਆ ਸੁਖ ਸਹਿਜ ਸਮਾਣੈ, ਸਤਿਗੁਰ ਮੇਲ ਮਿਲਾਈ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਸਤਿਗੁਰਾਂ ਦੇ ਮੇਲ ਵਿੱਚ, ਮੇਲ ਕੀ ਹੈ? ਇਹ ਸਤਿਗੁਰਾਂ ਦੀ ਸੰਗਤ। ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਮਿਲਾਈ, ਆਪਣੀ ਬੁੱਧੀ ਨੂੰ ਮਿਲਾਇਆ ਹੈ, ਸੰਗਤ ਵਿੱਚ ਆ ਕੇ ਆਪਣੀ ਅਕਲ ਨੂੰ ਲਾਇਆ ਹੈ, ਸੰਗਤ ਵਿੱਚ ਬੈਠ ਕੇ ਆਪਣੀ ਅਕਲ ਦੇ ਵਿੱਚ ਗੁਰੂ ਦਾ ਸ਼ਬਦ ਸੁਣਿਆ, ਆਪਣੀ ਬੁੱਧੀ ਦੇ ਵਿੱਚ ਗੁਰੂ ਦੇ ਬਚਨ ਸੁਣੇ ਨੇ, ਆਪਣਾ ਦਿਮਾਗ ਲਾਇਆ ਗੁਰੂ ਦੇ ਉਪਦੇਸ਼ ਦੇ ਉੱਪਰ। ਸਤਿਗੁਰ ਮੇਲ ਮਿਲਾਈ। ਜਿਨ੍ਹਾਂ ਨੇ ਸਤਿਗੁਰਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਦਿਮਾਗ ਨੂੰ, ਆਪਣੇ ਧਿਆਨ ਨੂੰ, ਆਪਣੀ ਸੋਚ ਨੂੰ ਗੁਰੂ ਸ਼ਬਦ ਵਿੱਚ ਮਿਲਿਆ ਹੈ, ਗੁਰੂ ਸ਼ਬਦ ਨੂੰ ਜਿਨ੍ਹਾਂ ਨੇ ਸੁਣਿਆ, ਆਨੰਦ ਭਇਆ, ਉਹਨਾਂ ਨੂੰ ਆਨੰਦ ਹੀ ਆਨੰਦ ਪ੍ਰਾਪਤ ਹੋਇਆ। ਜਿੰਨਾ ਆਨੰਦ ਸੰਗਤ ਵਿੱਚ ਬੈਠ ਕੇ ਆਉਂਦਾ ਹੈ, ਤੁਸੀਂ ਘਰ ਵਿੱਚ ਜਾ ਕੇ ਬੈਠ ਜਾਓ, ਨਹੀਂ ਆਨੰਦ ਆਵੇਗਾ। ਜਿੰਨਾ ਸਕੂਨ ਤੇ ਸ਼ਾਂਤੀ ਇੱਥੇ ਬੈਠ ਕੇ ਆਈ ਹੈ, ਭਾਵੇਂ ਕਿੰਨੇ ਵੀ ਪਦਾਰਥ ਘਰੇ ਪਏ ਨੇ, ਇੰਨਾ ਸੁੱਖ ਤੇ ਇੰਨੀ ਸ਼ਾਂਤੀ ਘਰੇ ਨਹੀਂ ਹੈ। ਅਸੀਂ ਘਰ ਵਿੱਚ ਬੈਠ ਕੇ ਵੀ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਹਾਂ, ਪਰ ਜਿਹੜਾ ਆਨੰਦ ਸੰਗਤ ਵਿੱਚ ਆ ਕੇ ਆਇਆ ਹੈ, ਇਹ ਘਰੇ ਬੈਠਿਆਂ ਪ੍ਰਾਪਤ ਨਹੀਂ ਹੋਣਾ। ਪਾਤਸ਼ਾਹ ਕਹਿਣ ਲੱਗੇ ਆਨੰਦ ਭਇਆ, ਜਿਨ੍ਹਾਂ ਨੇ ਆਪਣੀ ਮੱਤ ਨੂੰ ਗੁਰੂ ਸੰਗਤ ਵਿੱਚ ਲਿਆ ਕੇ ਮਿਲਿਆ, ਉਹਨਾਂ ਨੂੰ ਆਨੰਦ ਹੀ ਆਨੰਦ ਪ੍ਰਾਪਤ ਹੋਇਆ। ਇੱਥੇ ਹੀ ਬਸ ਨਹੀਂ, ਪਾਤਸ਼ਾਹ ਕਹਿਣ ਲੱਗੇ ਸੁਖ ਸਹਿਜ ਸਮਾਣੇ। ਉਹ ਜਿਹੜੇ ਗੁਰਮੁਖ ਨੇ ਸੁੱਖਾਂ ਦੇ ਵਿੱਚ, ਸਹਿਜ ਸ਼ਾਂਤੀ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਸਮਾ ਲਿਆ, ਸੁੱਖ ਤੇ ਸ਼ਾਂਤੀ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਮਿਲਾ ਲਿਆ, ਜਿਨ੍ਹਾਂ ਨੇ ਗੁਰੂ ਦੇ ਬਚਨ ਸਰਵਣ ਕੀਤੇ ਹਨ। ਮਨ ਨਾਮ ਜਪ ਨਾਮ ਆਰਾਧ, ਅੰਧ ਨਾਮ ਵਖਾਣੀ। ਗੁਰੂ ਪਾਤਸ਼ਾਹ ਕਹਿਣ ਲੱਗੇ ਮਨ, ਮਨ ਤੋਂ ਭਾਵ ਹੈ ਮੈਂ ਕੀ ਕਰਾਂ? ਨਾਮ ਜਪ। ਬੰਦਿਆ ਨਾਮ ਨੂੰ ਜਪ। ਜਪਣਾ ਕਿਵੇਂ ਹੈ? ਜ਼ੁਬਾਨ ਦੇ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜਾ ਜ਼ੁਬਾਨ ਦੇ ਨਾਲ ਜਪਣਾ ਹੈ, ਇਸ ਨੂੰ ਆਖਿਆ ਜਾਂਦਾ ਜਪਣਾ। ਤੇ ਪਾਤਸ਼ਾਹ ਕਹਿੰਦੇ ਅਰਾਧਨਾ। ਅਰਾਧਨਾ ਉਹਨੂੰ ਕਿਹਾ ਜਾਂਦਾ ਜਿਹੜਾ ਧਿਆਨ ਦੇ ਨਾਲ, ਧਿਆਨ ਜੋੜਿਆ ਹੈ। ਜ਼ੁਬਾਨ ਭਾਵੇਂ ਹਿਲਦੀ ਹੈ, ਮੂੰਹ ਭਾਵੇਂ ਹਿਲਦਾ ਭਾਵੇਂ ਨਹੀਂ ਹਿਲਦਾ, ਜ਼ੁਬਾਨ ਭਾਵੇਂ ਹਿਲਦੀ ਹੈ ਭਾਵੇਂ ਨਹੀਂ ਹਿਲਦੀ, ਪਰ ਧਿਆਨ ਉਹਨਾਂ ਦਾ ਸਿਮਰਨ ਵਿੱਚ ਲੱਗਾ ਹੋਇਆ। ਉਹ ਧਿਆਨ ਦੇ ਵਿੱਚ ਸਿਮਰਨ ਕਰਦੇ ਪਏ, ਉਹਨੂੰ ਕਹਿੰਦੇ ਅਰਾਧਨਾ ਕਰਨੀ। ਗੁਰਮੁਖ ਜਿਹੜੇ ਨੇ ਜਪਦੇ ਵੀ ਪਏ ਜ਼ੁਬਾਨ ਦੇ ਨਾਲ। ਜਿਨ੍ਹਾਂ ਦੀ ਅਵਸਥਾ ਥੱਲੇ ਹੈ, ਜਿਨ੍ਹਾਂ ਦੀ ਅਵਸਥਾ ਹੋਰ ਵੱਡੀ ਹੋ ਗਈ ਹੈ, ਉਹ ਉਸ ਨੂੰ ਅਰਾਧਦੇ ਪਏ ਨੇ। ਪਾਤਸ਼ਾਹ ਕਹਿਣ ਲੱਗੇ ਅਣਦਿਨ ਨਾਮ ਵਖਾਣੀ। ਗੁਰਮੁਖ ਤੇ ਦਿਨੇ ਰਾਤ ਹੀ ਨਾਮ ਜਪਦੇ ਪਏ। ਉਹ ਦਿਨੇ ਵੀ ਜਪਦੇ ਪਏ, ਰਾਤ ਵੀ ਜਪਦੇ ਪਏ। ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁਕੀ ਕਾਣ ਜਮਾਣੀ। ਜਿਹੜਾ ਹੈ ਨਾ, ਉਹ ਸਾਧ ਸੰਤਨ ਦਾ ਸੁਣਨਾ ਚਾਹੀਦਾ। ਸਾਧ ਸੰਤਨ ਕਿਹਾ ਜਾਂਦਾ ਸ੍ਰੇਸ਼ਟ ਸੰਤ, ਸ੍ਰੇਸ਼ਟ ਸਾਧੂ।
ਜਿਹੜੇ ਸੱਚੀ ਮੁੱਚੀ ਦੇ ਸਾਧੂ ਨੇ, ਜਿਨ੍ਹਾਂ ਨੇ ਵਾਕਿਆ ਹੀ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਜਦੋਂ ਉਹਨਾਂ ਦਾ ਬਚਨ ਸੁਣੋਗੇ ਤੇ ਸ਼ਾਂਤੀ ਮਿਲੇਗੀ। ਆ ਜਿਹੜੇ ਪਖੰਡੀ ਤੁਰੇ ਫਿਰਦੇ ਸੜਕਾਂ ਦੇ ਉੱਪਰ, ਮੈਂ 1008, ਮੈਂ 108 ਬ੍ਰਹਮ ਗਿਆਨੀ ਹਾਂ, ਗੱਡੀਆਂ ਦੇ ਉੱਪਰ ਲਿਖਾਇਆ ਹੋਇਆ, ਚਮਕੀਲੇ ਭੜਕੀਲੇ ਕੱਪੜੇ ਪਾਏ, ਦੁਨੀਆ ਵਿੱਚ ਰੰਗ ਸ਼ਿੰਗਾਰ ਕਰਕੇ ਦੁਨੀਆ ਨੂੰ ਵਿਖਾਉਂਦੇ ਮੈਂ ਰੱਬ ਕੋਲ ਪਹੁੰਚਿਆ ਹੋਇਆ, ਇਹ ਸਾਰੇ ਪਖੰਡੀ ਨੇ। ਇਹ ਪਖੰਡੀ ਕਰਕੇ ਵਿਖਾਉਂਦੇ ਪਏ। ਜਿਹੜੇ ਅਸਲੀ ਤੌਰ 'ਤੇ ਸਾਧੂ ਨੇ, ਜਿਨ੍ਹਾਂ ਨੇ ਵਾਕਿਆ ਹੀ ਉਸ ਨੂੰ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਉਹ ਦੁਨੀਆ ਵਿੱਚ ਪਖੰਡ ਕਰਕੇ ਨਹੀਂ ਵਿਖਾਉਂਦੇ। ਪਰ ਇਹੋ ਜਿਹੇ ਹੈਨ ਬੜੇ ਥੋੜ੍ਹੇ, ਬਹੁਤੇ ਜ਼ਿਆਦੇ ਨਹੀਂ। ਅਸਲੀ ਰੱਬ ਦੇ ਭਗਤ ਬੰਦਗੀ ਵਾਲੇ ਸਾਧੂ ਹੈ ਜ਼ਰੂਰ, ਪਰ ਹੈ ਬੜੇ ਘੱਟ, ਲੱਭਣੇ ਪੈਣਗੇ। ਪਖੰਡੀ ਜਿੰਨੇ ਮਰਜ਼ੀ ਤੁਹਾਨੂੰ ਬਾਜ਼ਾਰ ਵਿੱਚ ਵੀ ਮਿਲ ਜਾਣਗੇ, ਸੜਕ ਵਿੱਚ ਮਿਲ ਜਾਣਗੇ, ਮੇਲੇ ਮੱਸਿਆ ਜਾਓਗੇ ਉੱਥੇ ਵੀ ਮਿਲ ਜਾਣਗੇ, ਸਮਾਗਮਾਂ 'ਤੇ ਵਾਧੂ ਤੁਰੇ ਫਿਰਨਗੇ, ਪਰ ਉਹਨਾਂ ਕੋਲ ਤਾਂ ਕੇਵਲ ਪਖੰਡੀ ਹੈ। ਉਹ ਤਾਂ ਤੁਹਾਡੀ ਮਾਇਆ ਨੂੰ ਠੱਗਣ ਵਾਸਤੇ ਬੈਠੇ, ਬਗਲੇ ਵਰਗੀ ਉਹਨਾਂ ਦੀ ਸਮਾਧੀ ਹੈ। ਜਦੋਂ ਕੋ ਆ ਗਿਆ, ਅੱਖਾਂ ਬੰਦ ਕਰ ਲਈਆਂ, ਮੈਂ ਤਾਂ ਧਿਆਨ ਲਾਇਆ ਹੋਇਆ, ਅਤੇ ਜਦੋਂ ਅਗਲਾ ਚਲੇ ਗਿਆ ਫਿਰ ਉਸੇ ਤਰ੍ਹਾਂ ਮੂੰਹ ਦੇ ਵਿੱਚੋਂ ਗਾਂਧੀ ਬਕਣਾ, ਗਾਂਧੀ ਬੋਲਣਾ, ਗਾਂਧੀ ਸੁਣਨਾ ਅਤੇ ਮਾੜਾ ਹੀ ਵੇਖਣਾ ਹੈ। ਉਹਨਾਂ ਚਿਰ ਸਮਾਧੀ ਹੈ ਜਿੰਨਾ ਚਿਰ ਕੋਈ ਬੈਠਾ ਹੈ। ਉਹ ਬਗਲੇ ਵਰਗੇ ਪਖੰਡੀ ਨੇ, ਲੁੱਟਣ ਵਾਸਤੇ ਬੈਠੇ। ਪਾਤਸ਼ਾਹ ਕਹਿਣ ਲੱਗੇ, ਉਪਦੇਸ਼ ਸੁਣ ਸਾਧ ਸੰਤਨ ਕਾ, ਜਿਨ੍ਹਾਂ ਨੇ ਜੀਵਨ ਕਮਾਇਆ ਨਾ ਸਾਧੂਆਂ ਨੇ, ਉਹਨਾਂ ਦਾ ਭਾਈ ਉਪਦੇਸ਼ ਸਰਵਣ ਕਰ, ਤੇ ਫਿਰ ਕੀ ਹੋਵੇਗਾ? ਸਭ ਚੂਕੀ ਕਾਣ ਜੁਮਾਣੀ। ਜੁਮਾਣੀ ਤੋਂ ਭਾਵ ਜਿਹੜੇ ਜਮ ਨੇ, ਜਮਾਂ ਦੀ ਕਾਣ ਕਨੌੜ ਨਹੀਂ ਰਹਿ ਜਾਵੇਗੀ, ਜਮਾਂ ਦਾ ਵੀ ਡਰ ਨਹੀਂ ਰਹਿ ਜਾਏਗਾ। ਅਸਲੀ ਸਾਧੂਆਂ ਦਾ ਇਹ ਉਪਦੇਸ਼ ਹੈ ਵੀ ਜਮਾਂ ਦਾ ਡਰ ਵੀ ਨਹੀਂ, ਖੁਸ਼ੀ ਹੈ ਉਹਨਾਂ ਦੇ ਮਨ ਵਿੱਚ। ਤੇ ਉਹ ਕਹਿਣ ਲੱਗੇ ਬਾਣੀ ਵਿੱਚ ਬਚਨ ਹੈ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ। ਇਹ ਹੈ ਅਸਲੀ ਸਾਧੂਆਂ ਦੀ ਗੱਲ। ਜਿਹੜੇ ਪਖੰਡੀ ਤੁਰੇ ਫਿਰਦੇ ਨੇ, ਜਮਾਂ ਦੀ ਗੱਲ ਤੇ ਦੂਰ ਦੀ ਹੈ। ਕਿਤੇ ਦੁਨੀਆ ਦਾ ਜੱਜ, ਕੋਈ ਦੁਨੀਆ ਦਾ ਕਾਨੂੰਨ ਘਾੜਾ ਕੋਈ ਨਿੱਕੀ ਜੀ ਸਜ਼ਾ ਸੁਣਾ ਦੇਵੇ ਤੇ ਉਹ ਕੋਰਟਾਂ ਦੇ ਵਿੱਚ, ਅਦਾਲਤਾਂ ਵਿੱਚ ਉੱਥੇ ਹੀ ਬਹਿ ਜਾਂਦੇ, ਰੋਣ ਲੱਗ ਪੈਂਦੇ, ਹਾਏ ਮਰ ਗਏ ਹੁਣ ਕੀ ਬਣੇਗਾ। ਇਹ ਪਖੰਡੀਆਂ ਦੀ ਕਹਾਵਤ ਹੈ। ਆਪਾਂ ਸੁਣਦੇ ਤੇ ਵੇਖਦੇ ਰਹਿੰਦੇ, ਪਖੰਡੀਆਂ ਨੂੰ ਸਜ਼ਾ ਹੋਣ ਲੱਗ ਪਈ ਤੇ ਰੋਣ ਲੱਗ ਪਏ। ਪਰ ਜਿਹੜੇ ਪੂਰਨ ਸਾਧੂ ਨੇ, ਉਹਨਾਂ ਨੂੰ ਤੇ ਜਮਾਂ ਦਾ ਡਰ ਨਹੀਂ ਰਹਿੰਦਾ। ਇਹ ਨਿੱਕੀਆਂ ਮੋਟੀਆਂ ਅਦਾਲਤਾਂ ਉਹਨਾਂ ਨੂੰ ਕੀ ਡਰਾ ਸਕਦੀਆਂ ਨੇ। ਪਾਤਸ਼ਾਹ ਕਹਿਣ ਲੱਗੇ, ਪੂਰਨ ਸਾਧੂਆਂ ਦੀ ਨਿਸ਼ਾਨੀ ਹੈ। ਪਖੰਡੀ ਕੇਵਲ ਪਖੰਡ ਕਰਕੇ ਜ਼ਰੂਰ ਵਿਖਾ ਸਕਦਾ ਹੈ, ਪਰ ਜਦੋਂ ਪਰਚਾ ਪੈਂਦਾ ਨਾ, ਜਦੋਂ ਮੁਸੀਬਤ ਪੈਂਦੀ ਹੈ, ਜਦੋਂ ਪਰਖ ਹੁੰਦੀ ਹੈ, ਉੱਥੇ ਫਿਰ ਪਖੰਡੀਆਂ ਦੀਆਂ ਲੱਤਾਂ ਹੀ ਕੰਬ ਜਾਂਦੀਆਂ, ਰੋਣ ਲੱਗ ਪੈਂਦੇ। ਐਸੀ ਪਖੰਡੀਆਂ ਦੀ ਹਾਲਤ ਹੈ। ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਬਾਣੀ ਕੌਣ ਪੜ੍ਹਦਾ? ਆਪਾਂ ਆਮ ਇਹ ਗੱਲ ਕਰਦੇ ਨਾ, ਬਾਣੀ ਪੜ੍ਹਿਆ ਕਰੋ, ਪਾਠ ਕਰਿਆ ਕਰੋ, ਨਾਮ ਜਪਿਆ ਕਰੋ, ਪਰ ਅਸਲ ਵਿੱਚ ਸਾਡੇ ਕੋਲੋਂ ਜਪਿਆ ਨਹੀਂ ਜਾਂਦਾ, ਪੜ੍ਹਿਆ ਨਹੀਂ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਕਿਉਂ ਨਹੀਂ ਬਾਣੀ ਪੜ੍ਹੀ ਜਾਂਦੀ ਇਹਨਾਂ ਦੇ ਕੋਲੋਂ? ਕਹਿੰਦੇ ਤੇ ਬੜਾ ਹਾਂ ਵੀ ਨਾਮ ਜਪੋ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜਵਾਬ ਦਿੰਦੇ, ਕਹਿਣ ਲੱਗੇ, ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਜਿਹਦੇ ਉੱਪਰ ਪ੍ਰਮਾਤਮਾ ਕਿਰਪਾਲੂ ਹੋਵੇਗਾ ਨਾ, ਬਖਸ਼ਿਸ਼ ਕਰੇਗਾ, ਸੇ ਲਾਗੇ ਗੁਰ ਕੀ ਬਾਣੀ, ਗੁਰੂ ਦੀ ਬਾਣੀ ਨੂੰ ਉਹੀ ਪੜ੍ਹਨਗੇ, ਦੂਜਿਆਂ ਕੋਲੋਂ ਪੜ੍ਹੀ ਨਹੀਂ ਜਾਣੀ ਹੈ। ਅਸੀਂ ਗੱਲਾਂ ਕਰਦੇ ਹਾਂ, ਭਾਵੇਂ ਸਾਰੀ ਰਾਤ ਲੰਘ ਜਾਵੇ, ਬਿਲਕੁਲ ਨੀਂਦ ਨਹੀਂ ਆਉਂਦੀ ਹੈ। ਬਾਣੀ ਭਾਵੇਂ ਤੁਸੀਂ ਦਿਨੇ ਪੜ੍ਹਨ ਲੱਗ ਪਓ, ਦਿਨੇ ਨੀਂਦ ਆ ਜਾਏਗੀ। ਰਾਤ ਸੌਣ ਵਾਸਤੇ ਹੈ, ਗੱਲਾਂ ਕਰਦੇ ਹਾਂ ਰਾਤ ਨੂੰ ਫਿਰ ਵੀ ਨੀਂਦ ਨਹੀਂ ਆਈ। ਦਿਨ ਕੰਮ ਵਾਸਤੇ ਸੀ, ਦਿਨੇ ਬਾਣੀ ਦਾ ਪਾਠ ਸ਼ੁਰੂ ਕੀਤਾ, ਨਾਲ ਹੀ ਸੌਂ ਗਿਆ। ਕਿਉਂਕਿ ਤੇਰੇ ਕਰਮਾਂ ਵਿੱਚ ਇਹ ਦਾਤ ਹਾਲੇ ਤੈਨੂੰ ਪ੍ਰਾਪਤ ਨਹੀਂ ਹੋਈ ਹੈ, ਜਿਨ੍ਹਾਂ 'ਤੇ ਪ੍ਰਮਾਤਮਾ ਕਿਰਪਾਲੂ ਹੁੰਦਾ। ਗੁਰਮੁਖੋ, ਬਾਣੀ ਵੀ ਉਹੀ ਪੜ੍ਹਦੇ, ਨਾਮ ਵੀ ਉਹੀ ਜਪਦੇ, ਅਤੇ ਸੁਣਦੇ ਵੀ ਸੰਗਤ ਵਿੱਚ ਉਹ ਨੇ। ਆਪਾਂ ਸੰਗਤ ਵਿੱਚ ਬੈਠੇ ਨਾ, ਗੁਰੂ ਦਾ ਸ਼ਬਦ ਸੁਣਦੇ ਪਏ। ਕਿੰਨੀ ਦੁਨੀਆ ਵੱਸਦੀ, ਆਪਣੇ ਆਂਢੀ ਗੁਆਂਢੀ, ਨੇੜੇ ਦੂਰ, ਸਾਰੇ ਤੇ ਨਹੀਂ ਨਾ ਸੁਣਦੇ ਪਏ ਸ਼ਬਦ ਆ ਕੇ। ਨਾ ਸਾਰਿਆਂ ਕੋਲੋਂ ਕੀਰਤਨ ਸੁਣਿਆ ਜਾਂਦਾ ਹੈ, ਨਾ ਸਾਰਿਆਂ ਕੋਲੋਂ ਨਿਤਨੇਮ ਸੁਣਿਆ ਜਾਂਦਾ ਹੈ, ਨਾ ਸਾਰਿਆਂ ਕੋਲੋਂ ਕਥਾ ਸੁਣੀ ਜਾਂਦੀ ਹੈ। ਇਹ ਸੁਣਦੇ ਉਹ ਪਏ ਨੇ ਜਿਨ੍ਹਾਂ 'ਤੇ ਗੁਰੂ ਖੁਸ਼ ਹੋ ਗਿਆ ਹੈ, ਇਹਨਾਂ ਨੂੰ ਮੈਂ ਆਪਣੇ ਨਾਲ ਜੋੜਨਾ ਹੈ, ਇਹਨਾਂ ਨੂੰ ਮੁਕਤ ਕਰਨਾ ਹੈ। ਉਹ ਗੁਰਮੁਖ ਜਿਹੜੇ ਨੇ ਸਤਿਗੁਰਾਂ ਦੇ ਸ਼ਬਦ ਨੂੰ ਸੁਣਦੇ ਹਨ। ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਾ ਹਾਲਾ। ਪਰਮਾਤਮਾ ਤੇਰੀ ਕੀਮਤ ਕੋਈ ਪਾ ਨਹੀਂ ਸਕਦਾ, ਦੁਨੀਆ ਦਾ ਕੋਈ ਬੰਦਾ ਤੇਰੀ ਕੀਮਤ ਨਹੀਂ ਪਾ ਸਕਦਾ। ਤੂੰ ਸਾਰਿਆਂ ਜੀਵਾਂ ਦੇ ਉੱਪਰ ਦਿਆਲਤਾ ਕਰਨ ਵਾਲਾ ਹੈ। ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਪਰਮਾਤਮਾ ਦਾ ਕੀਤਾ ਸਭ ਕੁਝ ਹੋ ਰਿਹਾ, ਸਾਡੇ ਵੱਸ ਵਿੱਚ ਕੁਝ ਵੀ ਨਹੀਂ ਹੈ। ਅਸੀਂ ਮਤਾਂ ਇਹ ਸੋਚ ਲਈਏ ਵੀ ਆਹ ਕੰਮ ਮੇਰੇ ਵੱਸ ਵਿੱਚ ਨਹੀਂ, ਸਭ ਕੁਝ ਕੀਤਾ ਤੇਰਾ ਹੋਇਆ। ਤੂੰ ਜੋ ਚਾਹਣਾ, ਜੋ ਤੂੰ ਕਰਨਾ, ਉਹ ਕੁਝ ਹੁੰਦਾ ਹੈ। ਕਿਆ ਹਮ ਬਾਲ ਗੋਪਾਲਾ, ਇਹ ਗੋਪਾਲ ਪਰਮਾਤਮਾ, ਅਸੀਂ ਤੇ ਬਾਲ ਬੱਚੇ ਹਾਂ। ਬੱਚੇ ਦੇ ਆਖਿਆਂ ਕੁਝ ਨਹੀਂ ਹੁੰਦਾ, ਮਾਂ ਬਾਪ ਨੇ ਜੋ ਕਰਨਾ ਉਹ ਹੋਣਾ ਹੈ।
ਇਸੇ ਤਰ੍ਹਾਂ ਅਸੀਂ ਵੀ ਤੇਰੇ ਬੱਚੇ ਆ, ਸਾਡੇ ਵੱਸ ਕੁਝ ਨਹੀਂ ਹੈ, ਜੋ ਤੂੰ ਕਰਨਾ ਉਹੀ ਹੋਣਾ ਹੈ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀਆਂ ਦਾ ਇਹ ਸ਼ਬਦ ਹੈ। ਕਹਿਣ ਲੱਗੇ ਸਾਡੀ ਤੇ ਇੱਕੋ ਹੀ ਬੇਨਤੀ ਹੈ, ਰਾਖ ਲਿਓ, ਸਾਨੂੰ ਰੱਖ ਲੈ, ਬਸ ਸਾਡੇ ਤੇ ਕਿਰਪਾ ਕਰ। ਸਾਡੀਆਂ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ, ਮੈਂ ਛਪਾਉਂਦਾ ਨਹੀਂ, ਮੈਂ ਮੁਕਰਦਾ ਨਹੀਂ, ਭਾਵੇਂ ਕਿੰਨੀਆਂ ਵੀ ਗਲਤੀਆਂ ਨੇ, ਪਰ ਬੇਨਤੀ ਹੈ ਵੀ ਰੱਖ ਲੈ ਜਿਵੇਂ ਰੱਖ ਸਕਦਾ, ਮਾਫ ਕਰ ਦੇ ਜਿਵੇਂ ਕਰ ਸਕਦਾ ਹੈ। ਰਾਖ ਲਿਓ ਨਾਨਕ ਜਨ ਤੁਮਰਾ, ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਭਗਤ ਹਾਂ, ਮੈਂ ਤੇਰੇ ਦਰ ਦਾ ਕੂਕਰ ਹਾਂ, ਤੇਰੇ ਦਰਵਾਜ਼ੇ ਤੇ ਬੈਠਾ ਹੋਇਆ, ਮੈਨੂੰ ਮਾਫ ਕਰ ਦੇ ਪ੍ਰਮਾਤਮਾ, ਇਸ ਸੰਸਾਰ ਦੇ ਵਿੱਚ ਮਾਫੀ ਦੇ ਦੇ ਅਤੇ ਮੇਰੇ ਤੇ ਕਿਰਪਾ ਕਰ। ਮਾਫੀ ਕਿਵੇਂ ਦੇ? ਜਿਉਂ ਪਿਤਾ ਪੂਤ ਕਿਰਪਾਲਾ, ਜਿਵੇਂ ਬਾਪ ਖੁਸ਼ ਹੋ ਕੇ ਪੁੱਤਰ ਨੂੰ ਮਾਫ ਕਰ ਦਿੰਦਾ, ਪੁੱਤਰ ਜੇ ਗਲਤੀ ਕਰ ਵੀ ਦੇਵੇ ਨਾ ਤੇ ਗਲਤੀ ਕਰਕੇ ਮਾਫੀ ਮੰਗ ਲਵੇ ਤੇ ਪਿਤਾ ਖੁਸ਼ ਹੋ ਕੇ ਮਾਫ ਕਰ ਦਿੰਦਾ, ਚੱਲ ਕੋਈ ਨਹੀਂ ਗਲਤੀ ਮੰਨ ਲਈ ਹੈ, ਗਲਤੀ ਮੰਗਣ ਕਰਕੇ ਪਿਤਾ ਨੇ ਮਾਫ ਕਰ ਦਿੱਤਾ। ਇਸੇ ਤਰ੍ਹਾਂ ਉਹ ਪ੍ਰਮਾਤਮਾ ਸਾਡਾ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸੋ ਉਹ ਸਾਡੇ ਮਾਂ-ਬਾਪ ਨੇ ਪ੍ਰਮਾਤਮਾ ਜੀ। ਜਦੋਂ ਅਸੀਂ ਉਹਦੀ ਸ਼ਰਨ ਵਿੱਚ ਇਹ ਬੇਨਤੀ ਕਰਾਂਗੇ ਨਾ ਵੀ ਸਾਡੇ ਗੁਨਾਹ ਮਾਫ ਕਰ ਦੇ, ਫਿਰ ਉਹ ਮਾਫ ਕਰ ਦਿੰਦਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਜਾਣ ਕੇ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਭ ਕੁਝ ਕੀਤਾ ਤੇਰਾ ਵਰਤੈ, ਕਿਆ ਹੰਬਾਲ ਗੋਪਾਲਾ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਵਾਹਿਗੁਰੂ।